ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਮੈਂ ਇਉਂ ਸਮਝਦਾ ਕਿ ਜਿੰਨੇ ਵੀ ਇਸ ਵੇਲੇ ਮੇਰੀ ਵੀਰ ਕਥਾ ਸਿੱਖਦੇ ਆ ਉਹ ਜੇ ਮਸਕੀਨ ਜੀ ਨੂੰ ਸੁਣਦੇ ਆ ਤੇ ਉਹ ਤੋਂ ਪਹਿਲਾਂ ਗਿਆਨੀ ਮਾਨ ਸਿੰਘ ਚੌਰ ਜੀ ਨੂੰ ਸੁਣਦੇ ਆ ਤਾਂ ਕਿ ਉਹਨਾਂ ਦੇ ਵਿੱਚੋਂ ਕੁਝ ਅੰਸ਼ ਮਿਲੇ। ਜਿਸ ਵਕਤ ਕੋਈ ਕਿਸੇ ਨੂੰ ਇੰਜ ਨਹੀਂ ਸੀ ਜਾਣਦਾ ਹੁੰਦਾ ਜਿਵੇਂ ਅੱਜ ਆਪਾਂ ਘਰ ਚੋਂ ਬੋਲ ਰਹੇ ਹਾਂ ਤੇ ਸਾਰੀ ਦੁਨੀਆ ਵੇਖ ਰਹੀ ਹੈ ਜੀ। ਉਹਨਾਂ ਦੇ ਬਾਰੇ 'ਚ ਜੋ ਦਾਸ ਨੂੰ ਪਤਾ ਲੱਗਾ ਵੀ ਅੱਜ ਵੀ ਮੇਰੇ ਕੋਲ ਉਹਨਾਂ ਦੇ 3 ਪਾਸਪੋਰਟ ਪਏ ਆ। ਉਹਨਾਂ ਦੇ ਮੈਂ ਪਿੰਡ ਦੇ ਬਾਰ-ਬਾਰ ਜਾਂਦਾ। ਅੱਜ ਵੀ ਉੱਥੇ ਇੱਕ ਦੁਕਾਨ ਹੈ। ਉਹਨੇ ਮੈਨੂੰ ਚਾਹ ਪੁੱਛੀ, ਦੁੱਧ ਪੁੱਛਿਆ, ਟੇਬਲ ਲਾਤਾ ਦੁਕਾਨ ਦੇ ਬਾਹਰ। ਮੈਂ ਕਿਹਾ ਸਵੈ ਸੇਵਾ ਕਰਨ ਡਿਆ ਹੋਣਾ, ਚਾਹ ਚੂ ਪਿਆ। ਕਹਿੰਦਾ ਮੁੜ ਜਾਓ, ਇੱਥੋਂ ਉੱਥੇ ਕਿ ਲੈਣ ਜਾਣਾ। ਜਾਂ ਮੈਂ ਗਿਆ ਤੇ ਉਹ ਏਡਾ ਵੱਡਾ ਜਿੰਦਰਾ ਲੱਗਾ ਸੀ ਉਹਨਾਂ ਦੇ ਬਾਹਰ ਬੂਹੇ ਨੂੰ। ਅੱਛਾ। ਉਹਦੇ ਉੱਤੇ ਵੀ ਲਿਖਿਆ ਹੋਇਆ ਸੀ ਗਿਆਨੀ ਮਾਨ ਸਿੰਘ। ਬੱਲੇ ਬੱਲੇ ਉਹਨਾਂ ਦੇ ਘਰ ਨੂੰ ਜਿਹੜਾ ਜਿੰਦਰਾ ਸੀ ਇਟਲੀ ਦਾ ਹੀ ਉਹ ਬਣਿਆ। ਦਰਵਾਜ਼ੇ ਦੇ ਵਿੱਚ ਹੀਤ 'ਚ ਅੱਖਾਂ ਕਰਕੇ ਵੇਖਿਆ ਤੇ ਉਹਨਾਂ ਦੇ ਘਰ ਵਿੱਚ ਆੜਾ ਘਾਹ ਉੱਗਿਆ ਸੀਗਾ। ਹਾਂ। ਮੇਰੇ ਮਨ ਵਿੱਚ ਐਵੇਂ ਹੀ ਆਇਆ ਕਿ ਯਾਰ ਵੀ ਇੰਨਾ ਵੱਡਾ ਕਥਾਵਾਚਕ ਹੋਇਆ ਹੈ ਨਾ, ਤੇ ਲੋਕ ਤੇ ਅੱਜ ਕੱਲ੍ਹ ਰਫੀ ਦੀਆਂ ਯਾਦਾਂ ਮਨਾਉਂਦੇ ਨੇ। ਹਾਂ। ਅੱਜ ਕੱਲ੍ਹ ਆਪਦੇ ਫਿਲਮੀ ਆਰਟਿਸਟਾਂ ਨੂੰ ਮਰਨ ਨਹੀਂ ਦਿੰਦੇ ਜੀ। ਵੀ ਸਾਡੀ ਕੌਮ ਨੇ ਕਿਉਂ ਨਹੀਂ ਇਹ ਕੰਮ ਕੀਤਾ। ਫਿਰ ਮੈਂ ਕਿਹਾ ਮਨ ਕੌਮ ਨੂੰ ਕਿਉਂ ਕਹਿਣ ਡਿਆ, ਤੂੰ ਹੀ ਕਰ ਲਾ। ਐਵੇਂ ਮੇਰੇ ਮਨ 'ਚ ਆਈ। ਮੈਨੂੰ ਕਈ ਬੰਦੇ ਤਾਂ ਇਹ ਵੀ ਕਹਿੰਦੇ ਹੁੰਦੇ ਵੀ ਗਿਆਨੀ ਮਾਨ ਸਿੰਘ ਚੌਰ ਜੇ ਚਾਹੁੰਦਾ ਸਾਰਾ ਗੁਰਦਾਸਪੁਰ ਜਿਹੜਾ ਉਹ ਇਕੱਲਾ ਖਰੀਦ ਸਕਦਾ ਸੀ, ਇੰਨੀ ਮਾਇਆ ਉਹਨੂੰ ਮਿਲਦੀ ਸੀ। ਔਰ ਮੇਰੇ ਕੋਲ ਫੋਟੋ ਪਈ ਆ ਗਿਆਨੀ ਜੀ ਦੀ। ਜਿੱਦਣ ਪਹਿਲੇ ਦਿਨ ਮਹੂਰਤ ਹੁੰਦਾ, ਉਸ ਰੇਲਵੇ ਸਟੇਸ਼ਨ ਜਿਹੜੀ ਗੱਡੀ ਪਹਿਲਾਂ ਆ ਰਹੀ ਹੈ ਨਾ, ਇੰਜਣ ਦੇ ਅਗਲੇ ਬੰਨੇ ਇਤਰਾ ਮਾਟੋ ਲੱਗਾ ਕੱਪੜੇ ਦਾ ਲਿਖ ਕੇ, ਉੱਤੇ ਗਿਆਨੀ ਮਾਨ ਸਿੰਘ ਚੌਰ ਦਾ ਨਾਂ ਲਿਖਿਆ। ਅੱਛਾ। ਮੈਂ ਸੰਭਾਲ ਕੇ ਰੱਖੀ ਹੈ। ਪਰਵਾਨਾ ਜੀ ਕਹਿੰਦੇ, ਮੈਂ ਕਿਹਾ ਬਾਪੂ ਜੀ ਤੁਹਾਨੂੰ ਇੰਨਾ ਕੁਝ ਯਾਦ ਕਿਵੇਂ ਆ? ਤੇ ਹੱਸ ਕੇ ਕਹਿਣ ਲੱਗੇ, ਜਸਵੰਤ ਸਿਆ ਮੈਂ ਅੱਜ ਤੱਕ ਕਦੇ ਨਿਤਨੇਮ ਦਾ ਨਾਗਾ ਨਹੀਂ ਪਹਿਨ ਦਿੱਤਾ, ਇਹ ਤਾਂ ਕਰਕੇ ਯਾਦ ਹੀ ਮੈਨੂੰ ਐਂ ਲੱਗਦਾ। ਆਪਣਾ ਮੇਰਾ ਵਿਚਾਰ ਹੈ ਕਿ ਜੇ ਕੋਈ ਬੰਦਾ ਗਿਆਨੀ ਮਾਨ ਸਿੰਘ ਚੌਰ ਜੀ ਦੀ CD ਸਾਰੇ ਪਰਿਵਾਰ ਨੂੰ ਐਨ ਮੋਬਾਈਲ ਵਗੈਰਾ ਬੰਦ ਕਰਾ ਕੇ ਕਿਤੇ ਰਾਤ ਨੂੰ ਭਾ ਕੇ ਸੁਣਾ ਦੇ, ਸਵੇਰ ਚੜ੍ਹਦੇ ਨੂੰ ਸੁਲਾ ਸਫਾਈਆਂ ਹੋ ਸਕਦੀਆਂ ਨੇ। ਇੰਨਾ ਅਸਰ ਕਰਦੀ ਹੈ ਉਹਨਾਂ ਦੀ CD। ਹੋਵੇ ਸਰਵਣ ਵਿਰਲਾ ਕੋਈ ਨੈਟ ਤੇ ਮੌਜੂਦ ਹੈ ਜੀ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਵੱਲੋਂ ਤਹਿ ਦਿਲੋਂ ਸਵਾਗਤ ਹੈ। ਦਰਸ਼ਕੋ, ਕਿਸੇ ਨਾ ਕਿਸੇ ਸ਼ਖਸੀਅਤ ਨੂੰ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋ ਜਾਣਾ ਵਾਂ। ਜਿਸ ਸ਼ਖਸੀਅਤ ਨੂੰ ਅੱਜ ਮੈਂ ਤੁਹਾਡੇ ਰੂਬਰੂ ਕਰਨ ਜਾ ਰਿਹਾ ਵਾਂ, ਇਹ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ। ਮੇਰੀ ਮੁਰਾਦ ਹੈ ਸਿੱਖ ਕੌਮ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਕੁਹਾੜਕਾ, ਜਿਨ੍ਹਾਂ ਦੀ ਰਸਨਾ ਤੋਂ ਅਕਸਰ ਹੀ ਤੁਸੀਂ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਰੱਬੀ ਬਾਣੀ ਦੇ ਕੀਰਤਨ ਸ਼ਰਵਣ ਕਰਦੇ ਹੋ। ਪਰ ਇਸ ਤੋਂ ਇਲਾਵਾ ਜਦੋਂ ਅਸੀਂ ਨਿੱਜੀ ਜ਼ਿੰਦਗੀ ਨੂੰ ਛੱਡ ਕੇ, ਮੈਂ ਫਿਰ ਇੱਕ ਬੇਨਤੀ ਕਰਦੇ ਹਾਂ, ਨਿੱਜੀ ਜ਼ਿੰਦਗੀ ਨੂੰ ਛੱਡ ਕੇ ਕੌਮੀ ਸੇਵਾਵਾਂ ਵਾਲੇ ਪਾਸੇ ਝਾਤ ਮਾਰਦੇ ਹਾਂ ਤੇ ਸਾਨੂੰ ਕਈ ਵਾਰੀ ਪਤਾ ਲੱਗਦਾ ਵੀ ਕਾਫੀ ਐਸੇ ਕਾਰਜ ਨੇ ਜਿਹੜੇ ਸਾਡੇ ਭਰਾਵਾਂ ਨੇ ਕੀਤੇ ਹੈ। ਤੁਸੀਂ ਇੱਕ ਨਾਮ ਸੁਣਿਆ ਹੋਵੇਗਾ, ਗਿਆਨੀ ਮਾਨ ਸਿੰਘ ਜੀ ਚੌਰ। ਹੁਣ ਅਜੋਕੇ ਸੱਜਣਾਂ ਨੂੰ ਪੁੱਛੀਏ, ਉਹ ਕਹਿੰਦੇ ਅਸੀਂ ਨਹੀਂ ਸੁਣਿਆ। ਪਰ ਜੇ ਪ੍ਰਾਚੀਨ ਨੂੰ ਪੁੱਛੀਏ, ਪੁਰਾਣਿਆਂ ਨੂੰ ਪੁੱਛੀਏ, ਉਹ ਕਹਿੰਦੇ ਹਾਂ ਬੜੇ ਉੱਘੇ ਵਿਦਵਾਨ ਹੋਏ ਨੇ, ਪਰ ਉਹਨਾਂ ਬਾਰੇ ਅੱਜ ਤੱਕ ਕੋਈ ਥਹੁ ਪਤਾ ਨਹੀਂ ਲੱਗਾ ਵੀ ਕਿੱਥੇ ਨੇ। ਖੈਰ, ਇਹ ਸਾਰੀ ਆਪਾਂ ਘੁੰਡੀ ਖੋਲ੍ਹਣ ਦਾ ਯਤਨ ਕਰਦੇ ਹਾਂ, ਕਿਉਂਕਿ ਵੀਰ ਜੀ ਪਿਛਲੇ ਲੰਮੇ ਸਮੇਂ ਤੋਂ ਉਹਨਾਂ ਦੇ ਘਰ ਪਰਿਵਾਰ ਦੇ ਵਿੱਚ ਜਾ ਕੇ ਪ੍ਰੋਗਰਾਮ ਕਰਵਾਉਂਦੇ ਨੇ। ਆਓ ਆਪਾਂ ਇਹਨਾਂ ਦੇ ਕੋਲ ਜਾਣਦੇ ਹਾਂ ਕਿ ਗਿਆਨੀ ਮਾਨ ਸਿੰਘ ਚੌਰ ਬਾਰੇ ਇਹ ਕੀ ਜਾਣਕਾਰੀ ਦਿੰਦੇ ਨੇ। ਆਓ ਸਭ ਤੋਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਅਸੀਂ ਇਹਨਾਂ ਦਾ ਸਵਾਗਤ ਕਰਦੇ ਹਾਂ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਤੁਸੀਂ ਗੁਰੂ ਕੇ ਕੀਰਤਨੀਏ ਹੋ, ਰੱਬੀ ਬਾਣੀ ਦੇ ਨਾਲ ਸੰਗਤਾਂ ਨੂੰ ਨਿਹਾਲ ਕਰਦੇ ਹੋ। ਉਸ ਤੋਂ ਇਲਾਵਾ ਜਦੋਂ ਅਸੀਂ ਗੱਲ ਕਰਦੇ ਹਾਂ ਗਿਆਨੀ ਮਾਨ ਸਿੰਘ ਚੌਰ ਬਾਰੇ, ਹਾਂਜੀ, ਸਾਡੇ ਅਜੋਕੇ ਬੱਚਿਆਂ ਨੂੰ ਨਹੀਂ ਪਤਾ ਕਿ ਗਿਆਨੀ ਮਾਨ ਸਿੰਘ ਚੌਰ ਕੌਣ ਨੇ। ਮੈਂ ਚਾਹਾਂਗਾ ਥੋੜ੍ਹੀ ਜਿਹੀ ਜਾਣਕਾਰੀ ਤੁਸੀਂ ਆਪਣੀ ਰਸਨਾ ਤੋਂ ਸਾਨੂੰ ਜ਼ਰੂਰ ਦਿਓ। ਗਿਆਨੀ ਮਾਨ ਸਿੰਘ ਜੀ ਚੌਰ ਸਾਹਿਬ ਇੱਕ ਐਸੇ ਪ੍ਰਸਿੱਧ ਕਥਾਵਾਚਕ ਹੋਏ ਆ ਜਿਨ੍ਹਾਂ ਦਾ ਨਾਮ ਕਥਾਵਾਚਕਾਂ ਦੀ ਪਹਿਲੀ ਕਤਾਰ ਵਿੱਚ ਲਿਆ ਜਾਂਦਾ। ਮੈਂ ਇਉਂ ਸਮਝਦਾ ਕਿ ਜਿੰਨੇ ਵੀ ਇਸ ਵੇਲੇ ਮੇਰੇ ਵੀਰ ਕਥਾ ਸਿੱਖਦੇ ਆ ਉਹ ਜੇ ਮਸਕੀਨ ਜੀ ਨੂੰ ਸੁਣਦੇ ਆ ਤੇ ਉਹ ਤੋਂ ਪਹਿਲਾਂ ਗਿਆਨੀ ਮਾਨ ਸਿੰਘ ਚੌਰ ਜੀ ਨੂੰ ਸੁਣਦੇ ਆ ਤਾਂ ਕਿ ਉਹਨਾਂ ਦੇ ਵਿੱਚੋਂ ਕੁਝ ਅੰਸ਼ ਮਿਲੇ। ਗਿਆਨੀ ਮਾਨ ਸਿੰਘ ਜੀ ਚੌਰ ਪਿੰਡ ਚੌਰ ਉਹਨਾਂ ਦਾ ਪਿੰਡ ਹੈ। ਚੌਰ ਪਿੰਡ ਦਾ ਨਾਮ ਹੈ ਜੀ।
ਝੱਜੇ ਨਾਲ ਝੌਰ ਚੌਰ। ਜੀ। ਤੇ ਉਂਝ ਉਹਨੂੰ ਝਾਵਰ ਵੀ ਕਹਿੰਦੇ ਨੇ ਕਾਗਜ਼ਾਂ ਵਿੱਚ, ਇਹ ਆਪਣੇ ਸਟੇਸ਼ਨ ਜਿਹੜਾ ਬਣਿਆ ਜੀ। ਤੇ ਇਸ ਕਰਕੇ ਅਸਲੀਅਤ ਵਿੱਚ ਉਹਨੂੰ ਬੋਲ ਬਾਣੀ 'ਚ ਝੌਰ ਕਿਹਾ ਜਾਂਦਾ ਅੱਛਾ ਤੇ ਆਮ ਲਿਖਣ 'ਚ ਝਾਵਰ ਆਉਂਦਾ ਹੈ। ਅੱਛਾ, ਚਾਵਰ ਆਉਂਦਾ ਹੈ। ਲਿਖਣ 'ਚ ਝਾਵਰ ਆਉਂਦਾ ਤੇ ਬੋਲ ਚਾਲ 'ਚ ਝੌਰ ਆ। ਜੀ ਇਹ ਪਿੰਡ ਗੁਰਦਾਸਪੁਰ ਤੋਂ 3-4 ਕਿਲੋਮੀਟਰ ਦੀ ਦੂਰੀ ਤੇ ਆ, ਧਾਰੀਵਾਲ ਪਾਸੇ ਨੂੰ ਆਈਏ ਤੇ। ਜੀ। ਉਹ ਗੁਰਦਾਸਪੁਰ ਦੇ ਵਸਨੀਕ ਸਨ, ਜੇ ਐਂ ਕਹਿ ਲਈਏ ਹੂੰ ਕਿ ਜ਼ਿਲ੍ਹੇ ਵਾਈਜ਼, ਤੇ ਬਹੁਤ ਵੱਡੀ ਸ਼ਖਸੀਅਤ ਹੋਏ ਨੇ ਗਿਆਨੀ ਮਾਨ ਸਿੰਘ ਜੀ ਚੌਰ। ਕਿਉਂਕਿ ਜਿਸ ਵਕਤ ਮੀਡੀਆ ਨਹੀਂ ਸੀ ਹੁੰਦਾ, ਜੀ ਜਿਸ ਵਕਤ ਕੋਈ ਕਿਸੇ ਨੂੰ ਇੰਜ ਨਹੀਂ ਸੀ ਜਾਣਦਾ ਹੁੰਦਾ ਜਿਵੇਂ ਅੱਜ ਆਪਾਂ ਘਰ ਚੋਂ ਬੋਲ ਰਹੇ ਹਾਂ ਤੇ ਸਾਰੀ ਦੁਨੀਆ ਵੇਖ ਰਹੀ ਹੈ, ਜੀ। ਉਹਨਾਂ ਦੇ ਬਾਰੇ 'ਚ ਜੋ ਦਾਸ ਨੂੰ ਪਤਾ ਲੱਗਾ ਵੀ ਅੱਜ ਵੀ ਮੇਰੇ ਕੋਲ ਉਹਨਾਂ ਦੇ 3 ਪਾਸਪੋਰਟ ਪਏ ਆ। ਉਹਨਾਂ ਦੇ ਗਿਆਨੀ ਮਾਨ ਸਿੰਘ ਝੌਰ ਦੇ 3 ਪਾਸਪੋਰਟ। 3 ਪਾਸਪੋਰਟ ਮੈਂ ਸੰਭਾਲ ਕੇ ਰੱਖੇ ਆ ਹਾਂ। ਵੀ ਜਿਹੜੇ ਮੁਲਕਾਂ 'ਚ ਉਹਨਾਂ ਨੇ ਪ੍ਰਚਾਰ ਕੀਤਾ, ਅੱਛਾ। ਉਦੋਂ ਜਦੋਂ ਸਮੁੰਦਰੀ ਜਹਾਜ਼ਾਂ ਦੇ ਵਿੱਚ ਦੀ ਉਹ ਜਾਇਆ ਕਰਦੇ ਸਨ, ਇਹੋ ਜਿਹੀਆਂ ਚੀਜ਼ਾਂ ਉਹਨਾਂ ਦੀਆਂ ਮੇਰੇ ਕੋਲ ਹੀ ਪਈਆਂ ਨੇ। ਤੋ ਇੰਨੀ ਵੱਡੀ ਮਹਾਨ ਸ਼ਖਸੀਅਤ ਹੋਏ ਨੇ ਸਾਡੀ ਸਿੱਖ ਕੌਮ ਦੀ ਮਾਇਆ ਨਾਜ। ਨਹੀਂ, ਤੁਹਾਨੂੰ ਉਹਨਾਂ ਬਾਰੇ ਕਿਵੇਂ ਪਤਾ ਲੱਗਾ? ਤੁਸੀਂ ਪਿੰਡ ਦੇ ਵਿੱਚ ਉਹਨਾਂ ਦੇ ਕਿਵੇਂ ਪਹੁੰਚੇ? ਹਾਂ, ਮੈਂ ਉਹਨਾਂ ਨੂੰ ਕੇਵਲ, ਮੈਨੂੰ ਇੱਕ ਵਾਰੀ ਕੋਈ ਬੰਦਾ ਨਾ ਉਹਨਾਂ ਦੀ ਕੈਸਟ ਦੇ ਗਿਆ ਸੀਗਾ, ਤੇ ਮੈਂ ਜਦੋਂ ਸੁਣਦਾ ਸੀ ਮੈਂ ਬਹੁਤ ਉਹਨਾਂ ਤੋਂ ਪ੍ਰਭਾਵਿਤ ਹੋਇਆ। ਤੇ ਉਹੀ ਕੈਸਟ ਮੈਂ ਲਾ ਕੇ ਤੇ ਕੀਰਤਨ ਕਰਨ ਜਾ ਰਿਹਾ ਸੀ ਜੰਮੂ। ਅੱਛਾ ਜੀ। ਜਿੱਥੋਂ ਗੱਲ ਆਰੰਭ ਹੁੰਦੀ। ਮੈਂ ਜੰਮੂ ਜਾਂਦਾ ਵੀ ਸੁਣਦਾ ਗਿਆ, ਆਉਂਦਾ ਵੀ ਸੁਣਦਾ ਆ। ਤੇ ਐਨ ਗੁਰਦਾਸਪੁਰ ਦੇ ਚੌਂਕ ਦੇ ਲਾਗੇ ਆਣ ਕੇ ਨਾ ਉਹਨਾਂ ਨੇ ਐਵੇਂ ਗੱਲਾਂ 'ਚ ਸੀ ਕੈਸਟ ਵਿੱਚ ਬੋਲਿਆ ਕਿ ਮੈਂ ਪੰਜਾਬ ਦਾ ਰਹਿਣ ਵਾਲਾ ਵਾਂ, ਮੱਝੀਆਂ ਗਾਵਾਂ ਮੈਂ ਰੱਖੀਆਂ ਹੋਈਆਂ ਨੇ, ਗੁਰਦਾਸਪੁਰ ਲਾਗੇ ਮੇਰਾ ਪਿੰਡ ਹੈ ਚੌਰ। ਤੇ ਜਦੋਂ ਉਹਨਾਂ ਆਖਿਆ ਗੁਰਦਾਸਪੁਰ ਦੇ ਲਾਗੇ ਮੇਰਾ ਪਿੰਡ ਹੈ ਚੌਰ, ਤਾਂ ਮੈਂ ਮੱਝੀਆਂ ਗਾਵਾਂ ਰੱਖੀਆਂ ਹੋਈਆਂ, ਤੇ ਮੈਂ ਕਿਹਾ ਮੈਂ ਤਾਂ ਖੁਦ ਚੌਰ ਗੁਰਦਾਸਪੁਰ 'ਚ ਇਸ ਵੇਲੇ। ਮੇਰੇ ਮਨ ਵਿੱਚ ਇੱਛਾ ਪ੍ਰਗਟ ਹੋਈ ਕਿ ਮਨਾ ਹੋਵੇ ਨਾ ਤੇ ਗਿਆਨੀ ਮਾਨ ਸਿੰਘ ਚੌਰ ਜੀ ਦੇ ਪਰਿਵਾਰ ਨੂੰ ਮਿਲਿਆ ਜਾਵੇ, ਕਿਉਂਕਿ ਉਹਨਾਂ ਕੋਲ ਕੁਝ ਹੋਰ ਡਾਟਾ ਮਿਲ ਜੂਗਾ, ਕੋਈ ਕੈਸਟ ਮਿਲ ਜਾਏਗੀ। ਮੇਰੀ ਇੱਛਾ ਇਹੋ ਹੀ ਸੀ। ਮੈਂ ਜਿਸ ਚੌਂਕ ਚੋਂ ਪੁੱਛਿਆ, ਕੁਦਰਤੀ ਉਹ ਬੰਦਾ ਵੀ ਗੁਰਦਾਸਪੁਰ ਦੇ ਜਿਹੜੇ ਦੁਕਾਨਦਾਰ ਜਿਹੜਾ ਸੀ ਉਹ ਚੌਰ ਪਿੰਡ ਦਾ ਹੀ ਸੀਗਾ। ਕੀ ਬਾਤ ਹੈ। ਮੇਰਾ ਸੰਪਰਕ ਜਿਹਦੇ ਨਾਲ ਹੋਇਆ, ਉਹ ਕਹਿਣ ਲੱਗੇ ਜੀ ਇੱਥੋਂ 3 ਕਿਲੋਮੀਟਰ ਜਾ ਕੇ ਤੇ ਖੱਬੇ ਬੰਨੇ ਮੁੜ ਜਿਓ, ਉੱਥੇ ਸਾਡੇ ਪਿੰਡ ਨੂੰ ਰਾਹ ਜਾਂਦਾ। ਮੈਂ ਪਿੰਡ ਦੇ ਬਾਰ-ਬਾਰ ਜਾਂਦਾ, ਅੱਜ ਵੀ ਉੱਥੇ ਇੱਕ ਦੁਕਾਨ ਹੈ। ਉਹ ਦੁਕਾਨ ਤੇ ਮੈਂ ਪੁੱਛਦਾ ਜੀ ਮੈਂ ਚੌਰ ਪਿੰਡ ਪਹੁੰਚ ਗਿਆ ਵਾਂ? ਕਹਿੰਦੇ ਹਾਂ ਪਹੁੰਚ ਗਿਆ। ਮੈਂ ਕਿਹਾ ਮੈਂ ਗਿਆਨੀ ਮਾਨ ਸਿੰਘ ਚੌਰ ਜੀ ਦੇ ਘਰ ਜਾਣਾ। ਉਹ ਕਹਿਣ ਲੱਗੇ ਕੀ ਲੈਣ ਜਾਣਾ? ਮੈਂ ਕਿਹਾ ਜੀ ਕੀ ਲੈਣ ਜਾਣਾ, ਮੈਂ ਤੇ ਉਹਨਾਂ ਦੇ ਪਰਿਵਾਰ ਨੂੰ ਮਿਲਾਂਗਾ, ਕੋਈ ਉਹਨਾਂ ਦੇ ਕੋਲੋਂ ਮੈਂ ਕੋਈ ਕੈਸਟ ਲਾਂਗਾ, ਮੇਰਾ ਤੇ ਇੰਨਾ ਕੀ ਕੰਮ ਹੈ, ਉਂਝ ਮੈਨੂੰ ਪਤਾ ਇਸ ਸੰਸਾਰ ਦੇ ਨਹੀਂਗੇ। ਉਹ ਕਹਿੰਦਾ ਜਾਣ ਦੀ ਲੋੜ ਨਹੀਂ ਹੈ, ਇੱਥੇ ਦੁੱਧ ਪੀ ਲਓ। ਉਹਨੇ ਮੈਨੂੰ ਚਾਹ ਪੁੱਛੀ, ਦੁੱਧ ਪੁੱਛਿਆ, ਟੇਬਲ ਲਾਤਾ ਦੁਕਾਨ ਦੇ ਬਾਹਰ। ਮੈਂ ਕਿਹਾ ਸਵੈ ਸੇਵਾ ਕਰਨ ਡਿਆ ਹੋਣਾ, ਚਾਹ ਚੂ ਪਿਆ। ਕਹਿੰਦਾ ਮੁੜ ਜਾਓ, ਇੱਥੋਂ ਉੱਥੇ ਕੀ ਲੈਣ ਜਾਣਾ? ਮੈਂ ਕਿਹਾ ਨਹੀਂ ਯਾਰ ਮੈਂ ਜਾਣਾ ਉਹਨਾਂ ਦੇ ਘਰ। ਚਲੋ ਮੈਨੂੰ ਲੈ ਕੇ ਤੁਰ ਗਿਆ। ਜਾਂ ਮੈਂ ਗਿਆ ਤੇ ਏਡਾ ਵੱਡਾ ਜਿੰਦਰਾ ਲੱਗਾ ਸੀ ਉਹਨਾਂ ਦੇ ਬਾਹਰ ਬੂਹੇ ਨੂੰ। ਅੱਛਾ। ਉਹਦੇ ਉੱਤੇ ਵੀ ਲਿਖਿਆ ਹੋਇਆ ਸੀ ਗਿਆਨੀ ਮਾਨ ਸਿੰਘ। ਅੱਜ ਵੀ ਮੇਰੇ ਕੋਲ ਜਿੰਦਰਾ ਹੈਗਾ। ਉਹ ਜੰਦੇ ਦੇ ਉੱਪਰ ਵੀ ਲਿਖਿਆ ਸੀ ਗਿਆਨੀ ਮਾਨ ਸਿੰਘ? ਉੱਤੇ ਵੀ ਲਿਖਿਆ ਸੀ। ਉਹ ਇਟਲੀ ਦਾ ਬਣਿਆ ਸੀ। ਬੱਲੇ ਬੱਲੇ ਉਹਨਾਂ ਦੇ ਘਰ ਨੂੰ ਜਿਹੜਾ ਜਿੰਦਰਾ ਸੀ ਇਟਲੀ ਦਾ ਹੀ ਉਹ ਬਣਿਆ ਉਦੋਂ ਦਾ। ਤੇ ਮੇਡਨ ਉੱਤੇ ਲਿਖਿਆ ਹੋਇਆ ਸਾਰਾ ਕੁਝ, ਤੁਹਾਨੂੰ ਮੈਂ ਦਿਖਾਊਂਗਾ। ਔਰ ਮੈਂ ਇੰਜ ਕਰਕੇ ਦਰਵਾਜ਼ੇ ਦੇ ਵਿੱਚ ਹੀਤ 'ਚ ਅੱਖਾਂ ਕਰਕੇ ਵੇਖਿਆ ਤੇ ਉਹਨਾਂ ਦੇ ਘਰ ਵਿੱਚ ਆੜਾ ਘਾਹ ਹੋ ਗਿਆ ਸੀਗਾ। ਮੇਰੇ ਮਨ ਵਿੱਚ ਐਵੇਂ ਹੀ ਆਇਆ ਕਿ ਯਾਰ ਵੀ ਇੰਨਾ ਵੱਡਾ ਕਥਾਵਾਚਕ ਹੋਇਆ ਹੈ ਨਾ, ਤੇ ਲੋਕ ਤੇ ਅੱਜ ਕੱਲ੍ਹ ਰਫੀ ਦੀਆਂ ਯਾਦਾਂ ਮਨਾਉਂਦੇ ਨੇ। ਅੱਜ ਕੱਲ੍ਹ ਆਪਦੇ ਫਿਲਮੀ ਆਰਟਿਸਟਾਂ ਨੂੰ ਮਰਨ ਨਹੀਂ ਦਿੰਦੇ ਜੀ। ਵੀ ਸਾਡੀ ਕੌਮ ਨੇ ਕਿਉਂ ਨਹੀਂ ਇਹ ਕੰਮ ਕੀਤਾ? ਫਿਰ ਮੈਂ ਕਿਹਾ ਮਨ ਕੌਮ ਨੂੰ ਕਿਉਂ ਕਹਿਣ ਡਿਆ, ਤੂੰ ਹੀ ਕਰ ਲਾ। ਐਵੇਂ ਮੇਰੇ ਮਨ 'ਚ ਆਈ। ਚਲੋ ਮੇਰੇ ਉੱਥੇ ਖੜਿਆਂ ਨੂੰ ਵੇਖ ਕੇ 1-2 ਬੰਦੇ ਹੋਰ ਆਗੇ ਲਾਗੇ, ਕਿੱਥੋਂ ਆਏ ਹੋ, ਕਿਸ ਤਰ੍ਹਾਂ ਦਰਬਾਰ ਸਾਹਿਬ ਦੀ ਡਿਊਟੀ ਹੋਣ ਕਰਕੇ ਥੋੜਾ ਜਿਹਾ ਸਾਡਾ ਸੰਗਤਾਂ ਨੂੰ ਚਿਹਰਾ ਪਤਾ ਸੀ, ਸਾਨੂੰ ਥੋੜਾ ਜਿਹਾ ਹੋਰ ਸਤਿਕਾਰ ਮਿਲਿਆ। ਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਜੀ ਕਿਵੇਂ ਹੈ? ਉਹ ਕਹਿਣ ਲੱਗੇ ਜੀ ਵੀ ਗਿਆਨੀ ਮਾਨ ਸਿੰਘ ਚੌਰ ਜੀ ਦੇ 2 ਸਪੁੱਤਰ ਆ, ਇੱਕ ਚਲਾਣਾ ਕਰ ਚੁੱਕਾ। ਅੱਛਾ। ਵਰਿੰਦਰ ਸਿੰਘ ਤੇ ਦੂਜੇ ਪੂਰਨ ਸਿੰਘ ਆ, ਉਹ ਇੰਗਲੈਂਡ 'ਚ ਰਹਿੰਦੇ ਆ। ਉਹਨਾਂ ਨੇ ਉਦੋਂ ਦੱਸਿਆ, ਹਾਲਾਂਕਿ ਪੂਰਨ ਸਿੰਘ ਜੀ ਵੀ ਇਸ ਸਾਲ 'ਚ ਚਲਾਣਾ ਕਰ ਗਏ ਨੇ। ਅੱਛਾ, ਉਹ ਵੀ ਅਕਾਲ ਚਲਾਣਾ ਹੁਣੇ ਕਰ ਗਏ ਨੇ ਇਸ ਸਾਲ 'ਚ। ਮੈਂ ਉਹਨਾਂ ਤੋਂ ਪੁੱਛਿਆ, ਮੈਂ ਕਿਹਾ ਜੀ ਕੋਈ ਉਹਨਾਂ ਦੇ ਬਾਰੇ ਕੋਈ ਸਮਾਗਮ ਜਾਂ ਕੋਈ ਯਾਦਗਾਰ ਉਹਨਾਂ ਦੀ? ਕਿੰਨੇ ਸਾਲ ਪੁਰਾਣੀ ਗੱਲ ਕਰਦੇ ਹੋ? ਇਹ 13-14 ਸਾਲ ਪੁਰਾਣੀ ਗੱਲ ਕਰਦੇ। 13-14 ਸਾਲ ਪੁਰਾਣੀ? 14 ਸਾਲ ਪੁਰਾਣੀ। ਉਹ ਕਹਿੰਦੇ ਜੀ ਨਹੀਂ, ਕਿਉਂਕਿ ਅੱਜ ਤੱਕ ਗਿਆਨੀ ਜੀ ਬਾਰੇ ਕੋਈ ਥੋ ਪਤਾ ਹੀ ਨਹੀਂ ਲੱਗਾ।
ਵੀ ਉਹ ਹੈਗੇ ਆ ਨਹੀਂ ਹੈਗੇ। ਉਦੋਂ ਜਦੋਂ ਇਹ 14 ਸਾਲ ਪਹਿਲਾਂ ਉਹਨਾਂ ਨੂੰ ਅਲੋਪ ਹੋਇਆ 33 ਸਾਲ ਹੋ ਗਏ ਉਹਨਾਂ ਨੂੰ ਅਲੋਪ ਹੋਇਆ। ਵੀ ਅੱਜ ਆਪਾਂ ਇੰਜ ਕਹਿ ਸਕਦੇ ਹਾਂ ਵੀ 47 48 ਸਾਲ ਹੋ ਗਏ ਜੀ ਜੀ। ਤੇ ਉਹ ਫਿਰ ਮੈਨੂੰ ਉੱਥੇ ਮੈਂ ਸੰਕਲਪ ਜਿਹਾ ਲੈ ਲਿਆ। ਮੇਰੇ ਮਨ 'ਚ ਸਿਰਫ ਇੰਨੀ ਗੱਲ ਆਈ ਸੀ ਕਿ ਲੋਕੀ ਰਫੀ ਦੀਆਂ ਯਾਦਾਂ ਮਨਾ ਸਕਦੇ, ਮੁਕੇਸ਼ ਦੀਆਂ ਮਨਾ ਸਕਦੇ ਆ, ਜਾਂ ਫਿਲਮੀ ਐਕਟਰਾਂ ਦੇ ਮਨਾ ਸਕਦੇ, ਅਸੀਂ ਕਿਉਂ ਨਹੀਂ ਮਨਾ ਸਕਦੇ। ਮੈਂ ਇਸ ਸੰਕਲਪ ਨੂੰ ਲੈ ਕੇ ਉੱਥੇ 4 ਕੁ ਬੰਦਿਆਂ ਨਾਲ ਮੈਂ ਗੱਲ ਕੀਤੀ। ਮੈਂ ਕਿਹਾ ਭਾਈ ਸਾਹਿਬ ਆਪਾਂ ਰਲ ਕੇ ਉਹਨਾਂ ਦਾ ਕੁਛ ਦਿਨ ਮਨਾਇਆ ਕਰੀਏ। ਉਹ ਕਹਿੰਦੇ ਜੀ ਬਿਲਕੁਲ ਹੋਣਾ ਚਾਹੀਦਾ। ਸਾਡੇ ਇਲਾਕੇ ਦੀ ਕਹਿੰਦੇ ਮਹਾਨ ਹਸਤੀ ਸੀ, ਪਿੰਡ ਵਾਲੇ ਕਹਿੰਦੇ। ਉਹਦੇ ਵਿੱਚ ਫਿਰ ਵਾਪਸ ਆ ਗਏ। ਫਿਰ ਇੱਕ ਮੀਟਿੰਗ ਰੱਖੀ ਅਸੀਂ ਜਿਹਦੇ ਉਸੇ ਪਿੰਡ 'ਚ ਉਸੇ ਪਿੰਡ 'ਚ, ਜਿਹਦੇ ਵਿੱਚ ਮੈਂ ਜਾਣ ਕੇ ਆਪਣੇ ਉਸਤਾਦ ਪੂਰਨ ਚੰਦ ਜੀ ਵਡਾਲੀ ਜੀ ਨੂੰ ਲੈ ਗਿਆ। ਹਾਂ। ਔਰ ਪਟਿਆਲਾ ਯੂਨੀਵਰਸਿਟੀ ਦੇ ਭੈਣ ਜੀ ਹੈਗੇ ਨੇ ਜਸਬੀਰ ਕੌਰ, ਉਹਨਾਂ ਨੂੰ ਨਾਲ ਲੈ ਗਿਆ। ਮੈਂ ਕਿਹਾ ਯਾਰ ਚੰਗੇ ਚੰਗੇ ਬੰਦੇ ਨੂੰ ਨਾਲ ਲੈ ਕੇ ਜਾਂਦੇ ਆ। ਫਿਰ ਅਸੀਂ ਪਿੰਡ 'ਚ ਅਸੀਂ ਪਿੰਡ ਦੀਆਂ ਪਰਿਕਰਮਾ ਵੀ ਕੀਤੀਆਂ, ਅਜੇ ਵੀ ਉਹ ਸਾਰਾ ਫੋਟੋਆਂ ਮੇਰੇ ਕੋਲ ਮੌਜੂਦ ਆ। ਸਾਨੂੰ ਉੱਥੇ ਵਡਾਲੀ ਸਾਹਿਬ ਨੂੰ ਗਿਆ ਵੇਖ ਕੇ ਕੋਈ 100-150 ਬੰਦਾ ਐਵੇਂ ਹੀ ਇਕੱਠਾ ਹੋ ਗਿਆ। ਗਿਆਨੀ ਮਾਨ ਸਿੰਘ ਚੌਰ ਜੀ ਦੇ ਨਾਂ ਤੇ ਹੀ ਉੱਥੇ ਇੱਕ ਛੋਟਾ ਜਿਹਾ ਸਕੂਲ ਆ ਜਿਹੜਾ ਉਹਦੇ ਬੱਚਿਆਂ ਵੱਲੋਂ ਸ਼ੁਰੂ ਕੀਤਾ ਸੀਗਾ। ਅੱਛਾ। ਅੱਜ ਕੱਲ ਉਹਨੂੰ ਹੋਰ ਕੋਈ ਚਲਾ ਰਿਹਾ ਬੰਦਾ। ਅਸੀਂ ਉਸ ਸਕੂਲ 'ਚ ਮੀਟਿੰਗ ਰੱਖੀ। ਉੱਥੇ ਭਾਈ ਵਜੀਰ ਸਿੰਘ ਆ ਗਏ, ਉੱਥੇ ਹੀ ਭਾਈ ਗਗਨ ਜੀ ਆ ਗਏ, ਉੱਥੇ ਹੀ ਸਰਬਜੀਤ ਸਿੰਘ, ਹੋਰ ਇਸ ਤਰ੍ਹਾਂ ਦੇ ਸਾਰੇ ਪਿੰਡ ਦੇ ਬੰਦੇ। ਹਾਂ, ਕਸ਼ਮੀਰ ਸਿੰਘ, ਬਲਵਿੰਦਰ ਸਿੰਘ ਮੈਂਬਰ ਤੇ ਪ੍ਰਧਾਨ ਜੀ ਗੁਰਦੁਆਰਾ ਸਾਹਿਬ ਦੇ ਉਹ ਆ ਗਏ। ਹਾਂਜੀ। ਤੇ ਅਸੀਂ ਸਾਰਿਆਂ ਨੇ ਬਹਿ ਕੇ ਵਿਚਾਰ ਕੀਤੀ। ਮੈਂ ਕਿਹਾ ਭਾਈ ਮੈਂ ਤੇ ਬਾਹਰੋਂ ਆਇਆ ਪਰ ਮੈਨੂੰ ਤੁਹਾਡਾ ਸਾਥ ਚਾਹੀਦਾ। ਤੇ ਪਿੰਡ ਵਾਲਿਆਂ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਤੇ ਅਸੀਂ ਫਸਟ ਪ੍ਰੋਗਰਾਮ ਰੱਖਿਆ। ਉਦੋਂ ਮੇਰੇ ਖਿਆਲ ਅਸੀਂ 50 ਹੀ ਬੰਦੇ ਸਾਂ, ਐਵੇਂ ਤੁਹਾਨੂੰ ਕਹੀਏ। ਅੱਛਾ, ਪਹਿਲੇ ਪ੍ਰੋਗਰਾਮ ਦੇ ਵਿੱਚ ਪਹਿਲਾ ਪ੍ਰੋਗਰਾਮ ਅਸੀਂ ਰੱਖਿਆ ਕਿੱਥੇ? ਉੱਥੇ ਵੱਡੇ ਗੁਰਦੁਆਰੇ 'ਚ, ਪਿੰਡ ਦੇ ਗੁਰਦੁਆਰੇ 'ਚ 50-60 ਬੰਦੇ ਅਸੀਂ ਕਰਕੇ ਛੋਟਾ ਪ੍ਰੋਗਰਾਮ ਆ ਗਏ। ਥੋੜਾ ਐਕਸਪੀਰੀਅੰਸ ਮਿਲਿਆ। ਅਗਲੀ ਵਾਰ ਅਸੀਂ ਥੋੜਾ ਜਿਹਾ ਹੋਰ ਵਧਾਇਆ, ਅਗਲੀ ਵਾਰੀ ਹੋਰ ਵਧਾਇਆ। ਹੁਣ ਬਹੁਤ ਖੁੱਲੀ ਸੰਗਤ ਹੁੰਦੀ, ਵੱਡੇ ਪੰਡਾਲ ਲੱਗਦੇ। ਨਹੀਂ, ਉਹਨਾਂ ਦੇ ਪਰਿਵਾਰ ਨਾਲ ਤੁਹਾਡਾ ਰਾਬਤਾ ਕਿਵੇਂ ਹੋਇਆ? ਹਾਂ, ਫਿਰ ਮੈਂ ਉਹਨਾਂ ਉਸੇ ਹੀ ਜਦੋਂ ਮੀਟਿੰਗ 'ਚ ਨਾ ਮੈਂ ਕਿਹਾ ਯਾਰ ਕਿਸੇ ਕੋਲ ਨੰਬਰ ਹੈਗਾ ਉਹਨਾਂ ਦਾ? ਫਿਰ ਉਹ ਕਹਿਣ ਲੱਗੇ ਜੀ ਹੈਗਾ। ਉਹਨਾਂ ਨੰਬਰ ਦਿੱਤਾ ਭਾਈ ਪਰਸ਼ੋਤਮ ਸਿੰਘ ਨੇ, ਪਿੰਡ 'ਚੋਂ ਹੀ ਬੰਦਾ, ਉਹਨਾਂ ਨੇ ਮੈਨੂੰ ਨੰਬਰ ਦਿੱਤਾ। ਮੈਂ ਗਿਆਨੀ ਪੂਰਨ ਸਿੰਘ ਜੀ ਨਾਲ ਗੱਲ ਕੀਤੀ। ਮੈਂ ਕਿਹਾ ਜੀ ਮੈਂ ਭਾਈ ਗੁਰਦੇਵ ਸਿੰਘ ਬੋਲ ਰਿਹਾ ਤੇ ਆਪ ਜੀ ਸਾਨੂੰ ਜੇ ਆਗਿਆ ਦਿਓ ਤੇ ਅਸੀਂ ਗਿਆਨੀ ਜੀ ਦਾ ਦਿਨ ਮਨਾਉਣਾ ਚਾਹੁੰਦੇ ਹਾਂ। ਫਿਰ ਮੈਨੂੰ ਉਹਨਾਂ ਨੇ ਲਿਖਤੀ ਤੌਰ ਤੇ ਇੰਗਲੈਂਡ ਤੋਂ, ਜਿਹੜੀ ਕਿ ਅੱਜ ਵੀ ਮੇਰੇ ਕੋਲ ਉਹ ਡਾਕ ਪਈ ਹੋਈ ਹੈ ਉਸ ਤਰ੍ਹਾਂ ਹੀ, ਉਹਨਾਂ ਨੇ ਲਿਖਤੀ ਤੌਰ ਤੇ ਮੈਨੂੰ ਸਾਰੀਆਂ ਹੀ ਪਾਵਰਾਂ ਭੇਜੀਆਂ ਕਿ ਤੁਸੀਂ ਗਿਆਨੀ ਜੀ ਦੇ ਨਾਂ ਤੇ ਦਿਨ ਮਨਾਓ ਜਾਂ ਉਹਨਾਂ ਦੀਆਂ ਕੈਸਟਾਂ ਵੰਡੋ ਜਾਂ ਕੁਝ ਵੀ ਕਰੋ ਤੇ ਸਾਨੂੰ ਕੋਈ ਇਤਰਾਜ਼ ਨਹੀਂ ਹੈ। ਉਹਨਾਂ ਦੇ ਬੇਟੇ ਨੇ ਇੰਗਲੈਂਡ ਤੋਂ ਸਾਨੂੰ ਭੇਜੀਆਂ ਤੇ ਉਹ ਅੱਜ ਵੀ ਮੈਂ ਹੀ ਸੰਭਾਲ ਕੇ ਰੱਖਿਆ ਹੈ। ਔਰ ਇਸ ਤਰੀਕੇ ਨਾਲ ਰਾਬਤਾ ਜੁੜ ਗਿਆ ਇਸ ਤਰੀਕੇ ਨਾਲ ਸਾਡਾ ਫਿਰ ਉਹਨਾਂ ਨਾਲ ਰਾਬਤਾ ਜੁੜਿਆ ਤੇ ਫਿਰ ਅਸੀਂ ਪਹਿਲਾ ਅਖੰਡ ਪਾਠ ਉਹਨਾਂ ਦਾ ਕਰਾਇਆ ਜੀ। 33 ਸਾਲ ਬਾਅਦ ਉਹਨਾਂ ਦਾ ਪਹਿਲਾ ਅਖੰਡ ਪਾਠ ਗਿਆਨੀ ਮਾਨ ਸਿੰਘ ਚੌਰ ਜੀ ਦਾ ਹੋਇਆ, ਜਿਹਦੀ ਸੇਵਾ ਗੁਰੂ ਰਾਮਦਾਸ ਜੀ ਨੇ ਮੇਰੇ ਕੋਲ ਲਈ। ਪਰ ਇੱਕ ਸਵਾਲ ਹੈ, ਉਹਨਾਂ ਦੇ ਪਰਿਵਾਰ ਨਾਲ ਤੁਸੀਂ ਇਹ ਗੱਲ ਨਹੀਂ ਕੀਤੀ ਵੀ ਉਹਨਾਂ ਦਾ ਭੋਗ ਪਾ ਦਿੱਤਾ ਸੀ ਜਾਂ ਨਹੀਂ ਪਾਇਆ? ਮੈਂ ਗੱਲ ਕੀਤੀ ਸੀ। ਉਹ ਕਹਿੰਦੇ ਸੀ ਵੀ ਗਿਆਨੀ ਜੀ ਨਾ ਪਹਿਲਾਂ ਵੀ 2-2 3-3 ਸਾਲਾਂ ਲਈ ਫਿਰ ਦੌਰਿਆਂ ਤੇ ਚੱਲ ਜਾਂਦੇ ਸੀ। ਉਦੋਂ ਕੋਈ ਟੈਲੀਫੋਨ ਤਾਂ ਹੁੰਦਾ ਨਹੀਂ ਸੀ। ਉਹ ਕਹਿੰਦੇ ਸੀ ਵੀ ਅਸੀਂ ਇਸ ਕਰਕੇ ਉਹਨਾਂ ਦਾ ਕੁਝ ਨਹੀਂ ਕੀਤਾ ਕਿ ਪਤਾ ਨਹੀਂ ਕਿਹੜੇ ਬੰਨੇ ਉਹਨਾਂ ਨੇ ਆ ਜਾਣਾ। ਉਹ ਫਕੀਰ ਬੰਦੇ ਸਨ। ਉਹ ਜਿੱਥੇ ਜਾਂਦੇ ਸਾਨੂੰ ਐ ਨਹੀਂ ਵੇਂਦੇ ਹੁੰਦੇ ਸੀ ਵੀ ਪਿੱਛੇ ਪਤਾ ਨਹੀਂ ਕੀ ਹੋ ਜਾਣਾ, ਕੀ ਹੋ ਗਿਆ। ਆਪਣਾ ਪ੍ਰਚਾਰ 'ਚ ਹੀ ਧਿਆਨ ਰੱਖਦੇ ਸੀ ਤੇ ਬਹੁਤ ਵੱਡੇ ਵੱਡੇ ਦੌਰੇ ਕਰਦੇ ਸੀ। ਉਹਨਾਂ ਦੇ ਦੌਰਿਆਂ ਬਾਰੇ ਜਾਣਕਾਰੀ ਲੈਣੀ ਤੁਸੀਂ ਡੇਟਾ ਵੇਖੋਗੇ, ਪਾਸਪੋਰਟ ਭਰੇ ਪਏ ਨੇ ਉਹਨਾਂ ਦੇ। ਅੱਛਾ ਜੀ, ਉਸ ਵਕਤ ਦੇ ਭਰੇ ਪਏ ਨੇ ਮੇਰੇ ਕੋਲੇ ਪਾਸਪੋਰਟ ਹੁੰਦੇ। ਹਾਂਜੀ। ਕਿਹੜੀ ਕਿਹੜੀ ਕੰਟਰੀ ਦੇ ਵਿੱਚ? ਕੰਟਰੀ ਮੈਂ ਕਿਹਾ ਜੀ ਇੰਗਲੈਂਡ, ਮਲੇਸ਼ੀਆ, ਕੈਨੇਡਾ, ਸਭ ਜਗ੍ਹਾ ਦੇ ਭਰੇ ਪਏ ਨੇ ਵਿੱਚ। ਅੱਛਾ, ਉਹਨਾਂ ਦੇ ਪਾਸਪੋਰਟ? ਹਾਂਜੀ। ਕੀ ਬਾਤ ਹੈ। ਉਸ ਟਾਈਮ ਤੇ ਮਤਲਬ ਕੋਈ ਕੰਟਰੀ ਛੱਡੀ ਨਹੀਂ ਮੇਰੇ ਖਿਆਲ ਨਾਲ ਉਹਨਾਂ ਨੇ ਜੀ। ਉਹਨਾਂ ਦੇ ਪਰਿਵਾਰ ਦੇ ਨਾਲ ਤੁਹਾਡਾ ਰਾਬਤਾ ਹੋਇਆ, ਉਹਨਾਂ ਨੇ ਤੁਹਾਨੂੰ ਪਰਮਿਸ਼ਨ ਦਿੱਤੀ ਜੀ? ਪਰਮਿਸ਼ਨ ਉਹਨਾਂ ਨੇ ਤੁਹਾਨੂੰ ਸਿਰਫ ਪ੍ਰੋਗਰਾਮ ਕਰਨ ਦੀ, ਕੈਸਟਾਂ ਵੰਡਣ ਦੀ ਦਿੱਤੀ ਕਿ ਉਹਨਾਂ ਨੇ ਤੁਹਾਨੂੰ ਘਰ ਦੀਆਂ ਚਾਬੀਆਂ ਵੀ ਦਿੱਤੀਆਂ? ਉਹਨਾਂ ਨੇ ਘਰ ਦੀਆਂ ਚਾਬੀਆਂ ਆਣ ਕੇ ਦਿੱਤੀਆਂ ਜੀ ਇੰਗਲੈਂਡ ਤੋਂ, ਤੀਸਰੇ ਪ੍ਰੋਗਰਾਮ 'ਚ। ਅੱਛਾ। ਗਿਆਨੀ ਪੂਰਨ ਸਿੰਘ ਜੀ ਆਏ ਸਾਡੇ ਘਰ ਵਿੱਚ, ਇੱਥੇ ਸਮਾਗਮ ਹੋਇਆ। ਉਹਦੀਆਂ ਵੀ ਅਸੀਂ ਵੀਡੀਓ ਵੀ ਰੱਖੀਆਂ ਸੰਭਾਲ ਕੇ। ਉਹਦੇ ਵਿੱਚ ਉਹਨਾਂ ਨੇ ਸਾਡੇ ਹੱਥੇ ਚਾਬੀਆਂ ਰੱਖੀਆਂ। ਇੱਕ ਲੈਟਰ ਲਿਖ ਕੇ ਦਿੱਤੀ ਕਿ ਅੱਜ ਤੋਂ ਗਿਆਨੀ ਮਾਨ ਸਿੰਘ ਜੀ ਦੇ ਘਰ ਦੀ ਸਾਰੀ ਜਿਹੜੀ ਜ਼ਿੰਮੇਵਾਰੀ ਹੈ ਉਹ ਤੁਹਾਨੂੰ ਦਿੰਨੇ ਤੇ ਲਿਖ ਕੇ ਤੁਹਾਨੂੰ ਦਿੰਨੇ ਕਿ ਅੱਜ ਤੋਂ ਇਹ ਤੁਹਾਡਾ। ਉਹ ਵੀ ਮੇਰੇ ਕੋਲ ਹੈ। ਹੁਣ ਸਾਰੀ ਜ਼ਿੰਮੇਵਾਰੀ ਤੁਹਾਡੇ ਕੋਲ ਹੈ? ਹਾਂਜੀ।
ਤੇ ਫਿਰ ਤੁਸੀਂ ਅੰਦਰ ਕੀ ਕੀਤਾ? ਅਸੀਂ ਉਹਨਾਂ ਦੇ ਘਰ ਨੂੰ ਫਿਰ ਰੈਨੋਵੇਟ ਕੀਤਾ। ਮੇਰੇ ਨਾਲ ਬਹੁਤ ਵੱਡਾ ਕਿਉਂਕਿ ਉਹਨਾਂ ਦੇ ਘਰ ਉਹ- ਮੈਂ ਜਦੋਂ ਗਿਆ ਸਾਂ, ਹਾਂ। ਤੁਸੀਂ ਮੈਨੂੰ ਇੱਕ ਵਾਰੀ ਨਿਯੋਤਾ ਦਿੱਤਾ ਸੀ। ਜੀ ਉਹਨਾਂ ਦੇ ਇੱਕ ਕਮਰੇ ਦੇ ਵਿੱਚੋਂ ਸਾਰਿਆਂ ਕਮਰਿਆਂ ਵਿੱਚ ਜਾਇਆ ਜਾਂਦਾ ਸੀ। ਜੀ, ਉਹ ਐਸਾ ਘਰ ਉਹਨਾਂ ਦਾ ਬਣਿਆ ਫਿਰ ਉਹਨਾਂ ਦਾ ਹੋਇਆ। ਜਿਹੜਾ ਬੈੱਡ ਆ ਉਹ ਬੜਾ ਗਜ਼ਬ ਦਾ ਸੀ। ਜੋ ਉਹਨਾਂ ਦੇ ਘਰ ਵਿੱਚ ਉਸ ਵਕਤ ਦਾ ਲੱਗਾ ਸੀ, ਉਹ ਅੱਜ ਵੀ ਲੋਕਾਂ ਦੇ ਘਰ 'ਚ ਨਹੀਂ ਲੱਗਾ। ਜਿਸ ਤਰ੍ਹਾਂ ਦੀ ਉਹਨਾਂ ਦੇ ਘਰ ਵਾਇਰਿੰਗਾਂ ਹੋਈਆਂ, ਜਿਸ ਤਰ੍ਹਾਂ ਦੇ ਉਹਨਾਂ ਦੇ ਘਰ ਸਵਿੱਚ ਲੱਗੇ ਨੇ, ਜਿਸ ਤਰ੍ਹਾਂ ਦੀ ਉਹਨਾਂ ਦੇ ਘਰ 'ਚ ਟੂਟੀਆਂ ਲੱਗੀਆਂ ਨੇ, ਉਸ ਟਾਈਮ ਤੇ ਲੱਗੀਆਂ ਜਦੋਂ ਲੋਕਾਂ ਨੂੰ ਟੂਟੀ ਦਾ ਖਿਆਲ ਵੀ ਨਹੀਂ ਹੁੰਦਾ ਸੀ। ਉਸ ਸਮੇਂ ਦੇ ਵਿੱਚ ਟੂਟੀ ਉਸ ਲੱਗਣੀ। ਟਾਈਮ ਤੇ ਇਹੋ ਜਿਹਾ ਘਰ ਸੀ। ਪਰ ਉਹ ਘਰ 'ਚ ਤਰੇੜਾਂ ਆਈਆਂ ਸੀ ਤੇ ਮੇਰੇ ਨਾਲ ਬਹੁਤ ਵੱਡਾ ਸਹਿਯੋਗ ਉਦੋਂ PWD ਦੇ ਐਕਸੀਅਨ ਸਰਦਾਰ ਪਰਮਿੰਦਰ ਸਿੰਘ ਜੀ ਟਵਾਣਾ ਸਾਹਿਬ, ਜਿਹੜੇ ਗੁਰਦਾਸਪੁਰ ਐਕਸੀਅਨ ਸਨ, ਮੈਂ ਉਹਨਾਂ ਨੂੰ ਬੇਨਤੀ ਕੀਤੀ। ਉਹਨਾਂ ਨੇ ਬਹੁਤ ਸਾਰੀ ਲੇਬਰ ਸੇਵਾ 'ਚ ਭੇਜ ਕੇ ਉਹਨਾਂ ਦੇ ਘਰ ਨੂੰ ਜਿੱਥੇ ਰਿਪੇਅਰ ਕੀਤਾ, ਉੱਥੇ ਰੰਗ ਰੋਗਨ ਦੀ ਸੇਵਾ ਕੀਤੀ, ਔਰ ਹੋਰ ਵੀ ਸਮਾਗਮ ਨੂੰ ਚਲਾਉਣ ਵਾਸਤੇ। ਨਹੀਂ, ਐਸਾ ਤਾਂ ਨਹੀਂ ਵੀ ਘਰ ਦਾ ਜਿਹੜਾ ਇੱਕ ਪ੍ਰਾਚੀਨ ਰੂਪ ਸੀ ਉਹ ਦੇਖੀ ਖਤਮ ਕਰ ਦਿੱਤੀ? ਨਹੀਂ, ਅਸੀਂ ਇੱਟ ਵੀ ਨਹੀਂ ਲਾਈ ਉਹਨਾਂ ਦੀ ਨਾ। ਕੇਵਲ ਰੰਗ ਰੋਗ ਨਹੀਂ ਕੀਤਾ ਸੀਗਾ ਵੀ ਉਹ ਹੁਣ ਸੰਭਾਲ ਤਾਂ ਕਰਨੀ ਸੀ ਨਾ ਉਹਦੀ। ਉਹ ਅਸੀਂ ਉਹਦੀ ਇੱਕ ਇੱਟ ਵੀ ਨਹੀਂ ਪੁੱਟ ਕੇ ਇੱਧਰ ਉੱਧਰ ਕੀਤੀ। ਇੱਕ ਟੂਟੀ ਦਾ ਪੇਚ ਵੀ ਨਹੀਂ ਖੋਲਿਆ ਸੀ ਜਾਣ ਕੇ। ਅੱਛਾ, ਉਵੇਂ ਹੀ ਰਹਿਣ ਦਿੱਤਾ? ਉਵੇਂ ਹੀ ਰਹਿਣ ਦਿੱਤਾ। ਹਾਲਾਂਕਿ ਮੈਨੂੰ ਸਾਰੇ ਕਹਿੰਦੇ ਸੀਗੇ ਕਿ ਤੁਸੀਂ ਇਹਨੂੰ ਇੱਕ ਵਾਰੀ ਢਾਹ ਕੇ ਦੁਬਾਰਾ ਕੋਈ ਇੱਥੇ ਚੀਜ਼ ਬਣਾਓ, ਅਕੈਡਮੀ ਬਣਾਓ, ਇਹ ਕਰੋ। ਮੈਂ ਕਿਹਾ ਕਿ ਢਾਉਣਾ ਨਹੀਂ ਇਹਨੂੰ, ਜਿੰਨਾ ਚਿਰ ਇਹ ਰਹਿ ਸਕਦਾ। ਆਪਾਂ ਉਹ ਮਜ਼ਬੂਤ ਹੀ ਬੜਾ, ਉਹਨੂੰ ਕੁਝ ਵੀ ਉਦੋਂ ਤੇ ਤੁਸੀਂ ਟੂਟੀ ਦੀ ਗੱਲ ਕਰਦੇ, ਉਦੋਂ ਲੋਕਾਂ ਕੋਲੇ ਪੱਕੇ ਘਰ ਕਿੱਥੇ ਹੁੰਦੇ ਸੀ? ਨਾ, ਜੋ ਬਿਲਕੁਲ ਕੱਚੇ ਘਰ ਹੁੰਦੇ, ਉਹਨਾਂ ਦੇ ਘਰ ਪੱਕਾ ਸੀ। ਮੈਨੂੰ ਕਈ ਬੰਦੇ ਤਾਂ ਇਹ ਵੀ ਕਹਿੰਦੇ ਹੁੰਦੇ ਵੀ ਗਿਆਨੀ ਮਾਨ ਸਿੰਘ ਝੌਰ ਜੇ ਚਾਹੁੰਦਾ ਸਾਰਾ ਗੁਰਦਾਸਪੁਰ ਜਿਹੜਾ ਉਹ ਕੱਲਾ ਖਰੀਦ ਸਕਦਾ ਸੀ, ਇੰਨੀ ਮਾਇਆ ਉਹਨੂੰ ਮਿਲਦੀ ਸੀ। ਪਰ ਉਹ ਕੀ ਕਰਦੇ ਸੀਗੇ, ਪਿੰਡ ਜਾਣ ਕੇ ਜਦੋਂ ਉਹ ਰਹਿੰਦੇ ਸੀ ਤੇ ਘਰ ਦੇ ਨਾਲ ਘੱਟ ਹੀ ਰਹਿੰਦੇ ਸੀ, ਲਾਗੇ ਬਾਗ ਹੁੰਦਾ ਸੀ, ਤੇ ਕਹਿੰਦੇ ਬਾਗ 'ਚੋਂ ਬਹਿੰਦੇ ਹੁੰਦੇ ਸੀਗੇ ਤੇ 50-50 100 ਬੰਦਾ ਰਾਤ ਭਰ ਦਿਨ ਕਹਿੰਦੇ ਲੰਗਰ ਛਕਦਾ ਸੀ ਉਹਨਾਂ ਕੋਲੇ। ਇਸ ਤਰ੍ਹਾਂ ਉਹਨਾਂ ਦਾ ਮੇਲਾ ਕੋਈ ਐਸੇ ਪੁਰਾਣੇ ਬਜ਼ੁਰਗ ਹੈ ਜਿਹੜੇ ਉਹਨਾਂ ਨੂੰ ਮਿਲਦੇ ਰਹੇ? ਜੀ ਬਿਲਕੁਲ, ਉਹਨਾਂ ਦੇ ਪਿੰਡ 'ਚ ਹੈਗੇ ਨੇ ਅੱਜ ਵੀ। ਹਾਂ, ਕਿਤੇ ਚੱਲਾਂਗੇ ਉਹ ਕੀ ਦੱਸਦੇ ਉਹਨਾਂ ਬਾਰੇ? ਉਹ ਕਹਿੰਦੇ ਇਹੋ ਜਿਹੀ ਫਕੀਰ ਆਤਮਾ, ਤਿਆਗ ਦੀ ਮੂਰਤ। ਤੇ ਕਹਿੰਦੇ ਕਿ ਪਿੰਡ ਦੇ ਵਿੱਚ ਜਿਹੜਾ ਆਪਣਾ ਰੇਲਵੇ ਸਟੇਸ਼ਨ ਹੈ ਉਹਨਾਂ ਨੇ ਬਣਵਾਇਆ ਸੀ? ਬਿਲਕੁਲ, ਉਹਨਾਂ ਨੇ ਬਣਾਇਆ ਸੀ ਜੀ। ਹਾਂ, ਇਸ ਗੱਲ ਦਾ ਗਵਾਹ ਤੇ ਅੱਜ ਦੇ ਜਿਉਂਦੇ ਜਾਗਦੇ ਸਰਦਾਰ ਬੂਟਾ ਸਿੰਘ ਜੀ ਗ੍ਰਹਿ ਮੰਤਰੀ ਵੀ ਹੈਗੇ ਨੇ। ਜੀ ਉਦੋਂ ਗ੍ਰਹਿ ਮੰਤਰੀ ਸਨ। ਕਹਿੰਦੇ ਵੀ ਇਹ ਕਿਤੇ ਉੱਥੇ ਉਹਨਾਂ ਕੋਲੇ ਜਾਂਦੇ ਸੀ, ਸੁਣੀਆਂ ਗੱਲਾਂ ਨੇ ਵੀ ਉਹਨਾਂ ਨੇ ਆਖਿਆ ਵੀ ਕੋਈ ਸੇਵਾ ਦੱਸੋ, ਤੇ ਗਿਆਨੀ ਮਾਨ ਸਿੰਘ ਝੌਰ ਬੜੇ ਪਿਆਰ ਭਰੇ ਲਹਿਜੇ 'ਚ ਕਹਿਣ ਲੱਗੇ, ਸੇਵਾ ਦੱਸ ਤਾਂ ਦਿੰਦੇ ਪਰ ਤੁਹਾਡੇ ਕੋਲ ਹੋਣੀ ਨਹੀਂ। ਉਹ ਕਹਿੰਦੇ ਹੈਰਾਨ ਹੋ ਗਈ, ਗਿਆਨੀ ਜੀ ਦੱਸੀ ਹੈ ਨਹੀਂ, ਤੇ ਪਹਿਲਾਂ ਹੀ ਕਹਿ ਤਾਂ ਹੋਣੀ ਨਹੀਂ। ਫਿਰ ਕਹਿੰਦੇ ਨਹੀਂ, ਤੈਨੂੰ ਕਹਿ ਤਾਂ ਹੋਣੀ ਨਹੀਂ। ਜਦੋਂ ਵੇਖਿਆ ਨਾ ਪੂਰਾ ਪੱਕਾ ਕਰ ਲਿਆ, ਤੇ ਕਹਿੰਦੇ ਵੀ ਮੁੜ ਕੇ ਉਹ ਕਹਿਣ ਲੱਗੇ ਬਈ ਚੱਲ ਜੇ ਕਰਨੀ ਤਾਂ ਮੈਨੂੰ 3-4 ਕਿਲੋਮੀਟਰ ਤੁਰ ਕੇ ਜਾ ਕੇ ਤੇਰੀ ਗੱਡੀ ਫੜਨੀ ਪੈਂਦੀ ਹੈ, ਤੇ ਮੇਰੇ ਘਰ ਦੇ ਨਾਲੋਂ ਖਹਿ ਕੇ ਗੱਡੀ ਲੰਘਦੀ ਹੈ। ਚੱਲ ਦੇਣਾ ਤੇ ਇਲਾਕੇ ਨੂੰ ਸੋਖੂ ਲਿਆ, ਫਿਰ ਇੱਕ ਅੱਧਾ ਰੇਲਵੇ ਸਟੇਸ਼ਨ ਦੇ ਦੇ ਸਾਨੂੰ। ਤੇ ਕਹਿੰਦੇ ਵੀ ਉਦੋਂ 3-4 ਕਿਲੋਮੀਟਰ ਦੇ ਵਿੱਚ ਅੱਜ ਤੱਕ ਵੀ ਮੇਰੇ ਹਿਸਾਬ ਨਾਲ ਕੋਈ ਰੇਲਵੇ ਸਟੇਸ਼ਨ ਨਹੀਂ ਬਣਦਾ, ਨਹੀਂ ਹੈਗਾ। ਪਰ ਗਿਆਨੀ ਜੀ ਦੇ ਯਤਨਾਂ ਸਦਕਾ, ਔਰ ਮੇਰੇ ਕੋਲ ਫੋਟੋ ਪਈ ਆ ਗਿਆਨੀ ਜੀ ਦੀ, ਜਿੱਦਣ ਪਹਿਲੇ ਦਿਨ ਮਹੂਰਤ ਹੁੰਦਾ, ਉਸ ਰੇਲਵੇ ਸਟੇਸ਼ਨ ਜਿਹੜੀ ਗੱਡੀ ਪਹਿਲਾਂ ਆ ਰਹੀ ਹੈ ਨਾ, ਇੰਜਣ ਦੇ ਅਗਲੇ ਬੰਨੇ ਇਤਰਾ ਮਾਟੋ ਲੱਗਾ ਕੱਪੜੇ ਦਾ ਲਿਖ ਕੇ, ਉੱਤੇ ਗਿਆਨੀ ਮਾਨ ਸਿੰਘ ਝੌਰ ਦਾ ਨਾਂ ਲਿਖਿਆ। ਅੱਛਾ, ਮੈਂ ਸੰਭਾਲ ਕੇ ਰੱਖੀ ਹੈ। ਰੇਲਵੇ ਸਟੇਸ਼ਨ ਦੇ ਮਹੂਰਤ ਵੇਲੇ ਗਿਆਨੀ ਮਾਨ ਸਿੰਘ ਝੌਰ ਜੀ ਐਂਡ ਆਂਗ ਲੈ ਕੇ ਵਿੱਚ ਖਲੋਤੇ ਆ, ਸਾਰੇ ਸਟੇਸ਼ਨ ਜੋਨਲ ਮੈਨੇਜਰ ਖਲੋਤੇ ਆ ਫਿਰੋਜ਼ਪੁਰ ਦੇ, ਉਹ ਵੀ ਹੈਗੀਆਂ ਨੇ। ਅੱਛਾ, ਹਾਂਜੀ, ਇੰਨੀ ਪਹੁੰਚ ਉਸ ਵੇਲੇ ਸੀ ਉਹਨਾਂ ਦੀ? ਬੜੀ ਪਹੁੰਚ ਸੀ ਜੀ, ਬੜੀ। ਤੇ ਜਿਸ ਹਿਸਾਬ ਨਾਲ ਤੁਸੀਂ ਦੱਸਦੇ, ਪਹੁੰਚ ਵੀ ਸਿਰੇ ਦੀ ਤੇ ਗਿਆਨ ਵੀ ਸਿਰੇ ਦਾ ਤੇ ਰੁਪਈਆ ਵੀ, ਜਿਵੇਂ ਤੁਸੀਂ ਦੱਸਿਆ ਵੀ 40-50। ਕੁਰਾਨ ਸ਼ਰੀਫ ਤੋਂ ਲੈ ਕੇ ਗੀਤਾ ਲੈ ਕੇ ਮਹਾਭਾਰਤ ਲੈ ਕੇ ਕੋਈ ਦੁਨੀਆ ਦੀ ਗੱਲ ਉਹਨਾਂ ਨਾਲ ਵੇਖੋ, ਇਤਿਹਾਸ ਤੋਂ ਪਤਾ ਲੱਗਦਾ ਹੀ, ਸੁਣ ਕੇ ਵੀ ਪਤਾ ਲੱਗਦਾ ਕਿ ਉਹਨਾਂ ਛੱਡੀ ਨਹੀਂ ਹੈ। ਜਿੰਨੀ ਵਿਦਵਤਾ ਉਹਨਾਂ ਨੂੰ ਯਾਦ ਸੀਗੀ, ਇੰਨੀ ਅੱਜ ਨਹੀਂ ਕਿਸੇ ਨੂੰ ਯਾਦ। ਮੈਂ ਨਿੰਦਿਆ ਨਹੀਂ ਕਰਦਾ ਕਿਸੇ ਦੀ, ਸਾਰੇ ਆਪਣੀ ਆਪਣੀ ਥਾਂ ਤੇ ਚੰਗੇ ਨੇ, ਚੰਗੇ ਹੈ। ਪਰ ਉਹਨਾਂ ਦਾ ਲਹਿਜ਼ਾ ਤੇ ਉਹਨਾਂ ਦਾ ਗਿਆਨ ਤੇ ਉਹਨਾਂ ਦੀ ਯਾਦਾਸ਼ਤ, ਕਿਸੇ ਨੇ ਪੁੱਛਿਆ ਸੀ, ਮੈਨੂੰ ਪਰਵਾਨਾ ਜੀ ਦੱਸਦੇ ਸੀ, ਗਿਆਨੀ ਜਸਵੰਤ ਸਿੰਘ ਜੀ ਪਰਵਾਨਾ, ਇਹ ਰਿਕਾਰਡਿੰਗ ਕਰਦੇ ਹੁੰਦੇ ਸੀ ਇਹ ਨਾਲ ਵੀ ਰਹੇ ਨੇ, ਕਹਿੰਦੇ ਇਹ ਉਹਨਾਂ ਦੀ ਕਾਫੀ ਸੇਵਾ ਉਹਨਾਂ ਨੇ ਕੀਤੀ ਹੈ। ਪਰਵਾਨਾ ਜੀ ਕਹਿੰਦੇ, ਮੈਂ ਕਿਹਾ ਬਾਪੂ ਜੀ ਤੁਹਾਨੂੰ ਇੰਨਾ ਕੁਝ ਯਾਦ ਕਿਵੇਂ ਆ? ਤੇ ਹੱਸ ਕੇ ਕਹਿਣ ਲੱਗੇ, ਜਸਵੰਤ ਸਿਆ, ਮੈਂ ਅੱਜ ਤੱਕ ਕਦੇ ਨਿਤਨੇਮ ਦਾ ਨਾਗਾ ਨਹੀਂ ਪੈਣ ਦਿੱਤਾ, ਇਹ ਤਾਂ ਕਰਕੇ ਯਾਦ ਹੀ ਮੈਨੂੰ। ਇਹ ਗੱਲ ਜਿਉਂਦੇ ਜਾਗਦੇ ਗਿਆਨੀ ਜਸਵੰਤ ਸਿੰਘ ਜੀ ਪਰਵਾਨਾ ਨੇ ਮੈਨੂੰ ਆਪ ਦੱਸੀ ਹੈ।
ਕਿਉਂਕਿ ਮੈਂ ਗਿਆਨੀ ਮਾਨ ਸਿੰਘ ਝੌਰ ਦੀਆਂ ਆਡੀਓ ਦੇ ਵਿੱਚ ਪਰਵਾਨਾ ਜੀ ਦਾ ਨਾਮ ਸੁਣਿਆ ਹਾਂਜੀ ਵੀ ਹਾਂਜੀ ਇਹ ਮੇਰੀਆਂ ਰਿਕਾਰਡਿੰਗ ਕਰਦਾ, ਇਸ ਤਰੀਕੇ ਨਾਲ ਉਹਨੇ ਕੁਝ ਬੋਲਿਆ ਆ। ਹਾਂਜੀ ਹਾਂਜੀ ਜੀ। ਮਲੇਸ਼ੀਆ ਵਾਲੇ ਜਿਹੜੇ ਬਲਦੇਵ ਸਿੰਘ ਲਿਓ ਆ, ਹੂੰ ਉਹ ਵੀ ਇਹਨਾਂ ਦੇ ਨਾਲ ਰਹੇ ਆ ਤੇ ਉਹਨਾਂ ਦੇ ਘਰ ਗਿਆਨੀ ਜੀ ਰਹਿੰਦੇ ਰਹੇ ਤੇ ਉਹ ਵੀ ਰਿਕਾਰਡਿੰਗਾਂ ਕਰਦੇ ਰਹੇ ਆ। ਹੂੰ ਕਾਫੀ ਉਹ ਵੀ ਉਹਨਾਂ ਬਾਰੇ ਦੱਸਦੇ ਵੀ ਬਹੁਤ ਜ਼ਿਆਦਾ ਤਿਆਗ ਦੀ ਮੂਰਤ ਸਨ ਗਿਆਨੀ ਮਾਨ ਸਿੰਘ ਝੌਰ ਜੀ। ਮੈਂ ਹੁਣ ਮਲੇਸ਼ੀਆ ਗਿਆ ਅੱਛਾ, ਉਹਨਾਂ ਦੇ ਬੇਟੇ ਨੇ ਫਿਰ ਕੀ ਦੱਸਿਆ ਤੁਹਾਨੂੰ ਵੀ ਇਹ ਹੋਰ ਕੀ ਐਸੀਆਂ ਜਾਣਕਾਰੀਆਂ ਦਿੱਤੀਆਂ ਉਹਨਾਂ ਬਾਰੇ? ਮੈਂ ਤੇ ਇਹ ਸਮਝਦਾ ਸੀ ਵੀ ਮੇਰੇ ਉਦੋਂ ਕਹਿ ਲਓ ਵੀ ਭਾਗ ਨਹੀਂ ਸੀ ਬਹੁਤੇ ਚੰਗੇ ਕਿ ਮੈਂ ਉਹਨਾਂ ਦੀ ਰਿਕਾਰਡਿੰਗਾਂ ਬਹੁਤੀਆਂ ਨਹੀਂ ਕਰ ਪਾਇਆ, ਉਹਨਾਂ ਦੇ ਬੇਟੇ ਦੀਆਂ। ਬੇਟਾ ਵੀ ਉਹਨਾਂ ਦਾ ਦੂਜਾ ਹੀ ਗਿਆਨੀ ਮਾਨ ਸਿੰਘ ਝੌਰ ਸੀ। ਅੱਛਾ। ਸਾਡੇ ਘਰ ਆਣ ਕੇ ਉਹਨਾਂ ਨੇ 2 ਪੌੜੀਆਂ ਦੇ ਅਰਥ ਕੀਤੇ ਸੀ ਭਾਈ ਗੁਰਦਾਸ ਜੀ ਦੀਆਂ। ਐਸੇ ਅਰਥ ਕੀਤੇ ਸੀ ਮੈਂ ਕਦੇ ਨਹੀਂ ਸੁਣੇ। ਔਰ ਬਾਕਮਾਲ ਲਿਖਾਰੀ ਸਨ, ਬਹੁਤ ਵਿਦਵਾਨ ਸਨ ਔਰ ਪਰ ਵਿਦੇਸ਼ 'ਚ ਰਹਿੰਦੇ ਸਨ, ਥੋੜਾ ਜਿਹਾ ਅੰਦਰ ਹੀ ਰਹਿੰਦੇ ਸੀ ਜ਼ਿਆਦਾ। ਉਂਝ ਕਿਤਾਬਾਂ ਉਹਨਾਂ ਨੇ ਬੜੀਆਂ ਲਿਖੀਆਂ। ਪੂਰਨ ਸਿੰਘ ਜੀ? ਹਾਂਜੀ, ਛਪੀਆਂ ਵੀ? ਛਪੀਆਂ ਜੀ। ਪਰ ਜਿਸ ਤਰ੍ਹਾਂ ਕਹਿੰਦੇ ਨਾ ਕਈ ਵਾਰੀ ਆਪੋ ਆਪਣੇ ਵਿਚਾਰ ਹੁੰਦੇ, ਥੋੜਾ ਚਿਰ ਉਹਨਾਂ ਦੇ ਵਿਚਾਰ ਬਦਲੇ ਵੀ ਰਹੇ, ਪਰ ਲਾਸਟ ਟਾਈਮ ਤੇ ਉਹਨਾਂ ਦੇ ਵਿਚਾਰ ਬਹੁਤ ਵਧੀਆ ਰਹੇ ਮੇਰੇ ਨਾਲ ਪਰਸਨਲ ਵਿਚਾਰ ਜਿਹੜੇ ਬਹੁਤ ਵਧੀਆ ਰਹੇ। ਤਾਂ ਗਿਆਨੀ ਮਾਨ ਸਿੰਘ ਝੌਰ ਵਰਗਾ ਬੰਦਾ ਦੁਨੀਆ ਤੇ ਆਉਣਾ ਬੜਾ ਮੁਸ਼ਕਲ ਹੈ। ਜਦੋਂ ਸਪੀਕਰ ਵੀ ਨਹੀਂ ਸੀ ਹੁੰਦੇ ਨਾ, ਤੇ ਕਹਿੰਦੇ ਗਿਆਨੀ ਮਾਨ ਸਿੰਘ ਝੌਰ ਜੀ ਦੀ ਆਵਾਜ਼ 500 ਬੰਦੇ ਤੱਕ ਮਤਲਬ ਸੁਣਦੀ ਹੁੰਦੀ ਸੀ। ਘੇਰੇ ਘੇਰੇ ਬੈਠੇ ਹੁੰਦੇ ਸੀਗੇ ਤੇ 500-700 ਬੰਦਾ ਐ ਬੈਠਾ ਸੁਣਦਾ ਹੁੰਦਾ ਸੀ ਵੀ ਜਿਵੇਂ ਸਪੀਕਰ ਲੱਗਾ ਹੈ। ਇੰਨਾ ਉੱਚੀ ਉਹ ਬੋਲਦੇ ਹੁੰਦੇ ਸੀ ਤੇ ਪ੍ਰਚਾਰ ਉਹਨਾਂ ਨੇ ਜਿੰਨਾ ਕਰ ਛੱਡਿਆ ਇੰਨਾ ਅੱਜ ਵੀ ਨਹੀਂ ਅਸੀਂ ਕਰ ਸਕਦੇ, ਭਾਵੇਂ ਸਾਡੇ ਕੋਲ ਲੱਖ ਮੀਡੀਆ ਹੈ, ਕਿਉਂਕਿ ਸਾਡੇ ਬੋਲ 'ਚ ਉਨੀ ਤਾਕਤ ਨਹੀਂ ਜਿੰਨੀ ਉਹਨਾਂ ਦੇ ਬੋਲ 'ਚ ਤਾਕਤ ਹੈ। ਜਿਹੜੀ ਆ ਕਥਾ ਜਿਹੜੀ ਉਹਨਾਂ ਦੀ CD ਆ ਹੋਵੇ ਸਰਵਣ ਵਿਰਲਾ ਕੋਈ, ਮੈਂ ਕਹਿੰਦਾ ਅੱਜ ਵੀ ਕੋਈ ਮਾਂ-ਬਾਪ ਜਿਨ੍ਹਾਂ ਦੇ ਘਰ ਵਿੱਚ ਨੂੰਹ ਧੀ ਦੀ ਬਣਦੀ ਨਹੀਂ, ਕਿਸੇ ਵੇਲੇ ਕੋਈ ਹੋ ਜਾਂਦੀ ਨਾ ਪ੍ਰੋਬਲਮ, ਕਿਸੇ ਦੀ ਨੂੰਹ ਦੀ ਪ੍ਰੋਬਲਮ ਹੈ, ਕਿਸੇ ਦੀ ਧੀ ਦੀ ਪ੍ਰੋਬਲਮ ਹੈ, ਗੱਲ ਤੇ ਇੱਕੇ ਬੰਨੇ ਚੱਲਣੀ, ਕਿਸੇ ਦੇ ਪੁੱਤ ਦੀ ਪ੍ਰੋਬਲਮ ਹੈ, ਪਰਿਵਾਰ ਵਿੱਚ ਨਹੀਂ ਬਣਦੀ ਆਪਸ ਵਿੱਚ। ਮੈਨੂੰ ਐਂ ਲੱਗਦਾ, ਆਪਣਾ ਮੇਰਾ ਵਿਚਾਰ ਹੈ ਕਿ ਜੇ ਕੋਈ ਬੰਦਾ ਗਿਆਨੀ ਮਾਨ ਸਿੰਘ ਝੌਰ ਜੀ ਦੀ CD ਸਾਰੇ ਪਰਿਵਾਰ ਨੂੰ ਐਨ ਮੋਬਾਈਲ ਵਗੈਰਾ ਬੰਦ ਕਰਾ ਕੇ ਕਿਤੇ ਰਾਤ ਨੂੰ ਭਾ ਕੇ ਸੁਣਾ ਦੇ, ਸਵੇਰ ਚੜ੍ਹਦੇ ਨੂੰ ਸੁਲਾ ਸਫਾਈਆਂ ਹੋ ਸਕਦੀਆਂ ਨੇ। ਇੰਨਾ ਅਸਰ ਕਰਦੀ ਹੈ ਉਹਨਾਂ ਦੀ CD। ਹੋਵੇ ਸਰਵਣ ਵਿਰਲਾ ਕੋਈ, ਨੈਟ ਤੇ ਮੌਜੂਦ ਹੈ ਜੀ। ਕਿਉਂਕਿ ਉਹਨਾਂ ਨੇ ਬਹੁਤ ਤਰੀਕੇ ਨਾਲ ਸਮਝਾਇਆ ਕਿ ਮਾਂ ਨੇ ਪੁੱਤਰ ਨੂੰ ਕਿੰਨਾ ਜਫਰ ਜਾਲ ਕੇ ਪਾਲਿਆ ਤੇ ਨੂੰਹ ਦੇ ਕੀ ਫਰਜ਼ ਨੇ, ਧੀ ਦੇ ਕੀ ਫਰਜ਼ ਨੇ, ਇਹ ਸਾਰੀਆਂ ਚੀਜ਼ਾਂ ਉਹਦੇ ਵਿੱਚ ਬੜੀਆਂ ਵਿਸਥਾਰ ਨਾਲ ਦੱਸੀਆਂ। ਸਿਰਫ ਜਿਹੜੀ ਕਵਿਤ ਪੜ੍ਹਨ ਦੇ ਵਿੱਚ ਉਹਨਾਂ ਦੀ ਸਰਲਤਾ ਸੀ ਨਾ, ਐਸੀ ਸਰਲਤਾ ਵੀ ਕਿਸੇ ਦੀ ਜ਼ੁਬਾਨ ਤੇ ਕਵਿਤ ਪੜ੍ਹਨ ਵਾਲੀ ਨਹੀਂ ਆਈ। ਜਿਹੜਾ ਠਹਿਰਾਅ ਵਿਸ਼ਰਾਮ ਉਹ ਦੇ ਲੈਂਦੇ ਸੀ। ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵਾਂ, ਗਿਆਨੀ ਪੰਡਤ ਮੰਗਲ ਸਿੰਘ ਜੀ ਦਾ ਨਾਮ ਤੇ ਤੁਸੀਂ ਸੁਣਿਆ ਹੋਵੇਗਾ। ਮੈਂ ਸੁਣਿਆ। ਪੰਡਤ ਮੰਗਲ ਸਿੰਘ ਜੀ ਨੂੰ ਮੈਂ ਇੱਕ ਵਾਰੀ ਨਿਯੋਤਾ ਦਿੱਤਾ ਆਪਣੇ ਘਰ ਆਉਣ ਦਾ, ਤੇ ਉਹ ਮੇਰੇ ਘਰ ਲੁਧਿਆਣੇ ਆਏ। ਕਰੀਬ 1 ਮਹੀਨਾ ਮੇਰੇ ਘਰ ਦੇ ਵਿੱਚ ਹੀ ਠਹਿਰੇ ਤੇ ਅਸੀਂ ਬਾਹਰ ਪ੍ਰੋਗਰਾਮ ਦੇ ਉੱਪਰ ਜਾਂਦੇ ਸਾਂ। ਤੇ ਮੈਂ ਇੱਕ ਦਿਨ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਜੀ ਗਿਆਨੀ ਜੀ ਤੁਹਾਡੇ ਉਸਤਾਦ ਕੌਣ ਨੇ? ਕਹਿੰਦੇ ਗਿਆਨੀ ਮਾਨ ਸਿੰਘ ਝੌਰ। ਇਹ ਉਹਨਾਂ ਦੇ ਪੰਡਤ ਮੰਗਲ ਸਿੰਘ ਜੀ ਦੀ ਇਹ ਵਰਡਿੰਗ ਸੀ 98 ਸਾਲ ਦੀ ਉਮਰ ਦੇ ਵਿੱਚ। ਕਹਿੰਦੇ ਮੇਰੇ ਉਸਤਾਦ ਦਾ ਨਾਮ ਹੈ ਗਿਆਨੀ ਮਾਨ ਸਿੰਘ ਜੀ ਝੌਰ। ਬਿਲਕੁਲ। ਤੇ ਕਹਿੰਦੇ ਵੀ ਜਦੋਂ ਗਿਆਨੀ ਮਾਨ ਸਿੰਘ ਝੌਰ ਕੱਲੀ ਗੁਰਦੁਆਰਿਆਂ ਵਿੱਚ ਕਥਾ ਨਹੀਂ ਸੀ ਕਰਦੇ, ਕਹਿੰਦੇ ਕਈ ਵਾਰੀ ਇਹੋ ਜਿਹਾ ਹੁੰਦਾ ਸੀ ਵੀ ਕੁਝ ਐਸੇ ਏਰੀਏ ਜਿੱਥੇ ਮੁਸਲਮਾਨ ਕਹਿੰਦੇ ਸੀ ਵੀ ਤੁਸੀਂ ਸਾਡਾ ਆ ਦਿਨ ਆ ਰਿਹਾ, ਅੱਜ ਅੱਧਾ ਘੰਟਾ ਸਾਡੇ ਵਿੱਚ ਆ ਕੇ ਬੋਲੋ। ਹਾਂਜੀ, ਉਹ ਇਹ ਵੀ ਮੈਨੂੰ ਚਰਚਾ ਦਾ ਪਤਾ ਲੱਗਾ ਜੀ। ਮੈਂ ਇਹਦਾ ਮਤਲਬ ਸੁਣੀ ਆ ਗੱਲ ਵੀ ਹੁਣ ਤੇ ਤਰੀਕਾ ਬਦਲ ਗਿਆ। ਪਹਿਲਾਂ ਸਭਾ ਲੱਗਦੀਆਂ ਹੁੰਦੀਆਂ ਸੀ ਵੀ ਬਹੁਤ ਸਾਰੇ ਧਰਮਾਂ ਦੇ ਵਿਦਵਾਨ ਇਕੱਠੇ ਹੋ ਕੇ ਸਰਬ ਧਰਮ ਸਮੇਲਨ ਟਾਈਪ ਸੰਮੇਲਨ ਹੁੰਦੇ ਸੀਗੇ। ਉਹਦੇ ਵਿੱਚੋਂ ਜਿਹੜੀ ਸਭ ਤੋਂ ਉੱਚੀ ਅਧਿਆਤਮਿਕਤਾ ਦੀ ਕੋਈ ਗੱਲ ਕਰਦਾ ਸੀ, ਉਹਨੂੰ ਸਾਰੇ ਲੋਕ ਸਲਾਮ ਕਰਦੇ ਸੀਗੇ, ਸਾਰੇ ਉਹਦੇ ਅੱਗੇ ਸਜਦਾ ਕਰਦੇ ਸੀ, ਉਹਨੂੰ ਜੇਤੂ ਮੰਨਦੇ ਹੁੰਦੇ ਸੀ। ਤੇ ਗਿਆਨੀ ਮਾਨ ਸਿੰਘ ਝੌਰ ਜੀ ਨੇ ਕਈ ਵਾਰ ਉਹਦੇ ਵਿੱਚ ਜਿੱਤ ਹਾਸਲ ਕੀਤੀ ਹੈ। ਦੱਸਦੇ ਸੀ, ਕਹਿੰਦੇ ਵੀ ਜਦੋਂ ਉਹਨਾਂ ਨੇ ਬਾਹਰ ਨਿਕਲਣਾ ਤੇ ਮੁਸਲਮਾਨ ਹੱਥ ਚੁੰਮਦੇ ਹੁੰਦੇ, ਬੋਸਾ ਲੈਣਾ ਗਿਆ। ਹਾਂਜੀ। ਕਹਿੰਦੇ ਉਹਨਾਂ ਦਾ ਹੱਥ ਚੁੰਮਦੇ ਹੁੰਦੇ ਸੀ, ਬੋਸਾ ਲੈਂਦੇ ਹੁੰਦੇ ਸੀ। ਹਾਂ, ਲਾਹੌਰ ਜਦੋਂ ਕਿਤੇ ਗਏ ਨੇ, ਉਹ ਲਾਹੌਰ ਜਲਸਾ ਹੋਇਆ ਸੀ ਕੋਈ ਇਸ ਤਰ੍ਹਾਂ, ਤੇ ਲਾਹੌਰ ਦੇ ਵਿੱਚੋਂ ਉਹਨਾਂ ਨੇ ਜਿਸ ਤਰ੍ਹਾਂ ਕਲਯੁਗ ਦੇ ਬਾਰੇ 'ਚ ਉਹਨਾਂ ਨੇ ਕੋਈ ਉਦਾਹਰਨਾਂ ਪੁੱਛੀਆਂ, ਤੇ ਉਹਨਾਂ ਨੇ ਗੁਰਬਾਣੀ ਵਿੱਚੋਂ ਜਿਉਂ ਤੁਕਾਂ ਸੁਣਾਈਆਂ ਵੀ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੁੰਦਾ।
ਵੀ ਸਿੱਖ ਵਾਸਤੇ ਉਂਝ ਕੋਈ ਕਲਯੁਗ ਨਹੀਂ ਹੈ। ਤੇ ਕਹਿੰਦੇ ਇਸ ਤਰ੍ਹਾਂ ਦੀਆਂ ਉਹਨਾਂ ਨੇ ਉਦਾਹਰਨਾਂ ਸੁਣਾਈਆਂ ਵੀ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੁੰਦਾ, ਤੇ ਹੋਰ ਕਈ ਉਹਨਾਂ ਨੇ ਉਦਾਹਰਨ ਦੇ ਕੇ ਕਲਯੁਗ ਦੇ ਪ੍ਰਮਾਣ ਸਿੱਧ ਕੀਤੇ। ਤੇ ਉਹਨਾਂ ਸਾਰਿਆਂ ਧਰਮਾਂ ਨੇ ਗਿਆਨੀ ਮਾਨ ਸਿੰਘ ਜੀ ਦੀ ਵਿਚਾਰ ਨੂੰ ਸਿਜਦਾ ਸਲਾਮ ਕਰਦਿਆਂ ਹੋਇਆ ਇਹਨਾਂ ਨੂੰ ਜੇਤੂ ਕਰਾਰ ਦਿੱਤਾ ਕਿ ਜਦੋਂ ਸਿੱਖ ਗੁਰੂ ਨਾਲ ਟੁੱਟੇਗਾ ਉਹਦੇ ਵਾਸਤੇ ਉਦਣ ਕਲਯੁਗ ਹੈ, ਤੇ ਜੇ ਉਹ ਗੁਰੂ ਨਾਲ ਜੁੜਿਆ ਹੋਇਆ ਤੇ ਭਾਵੇਂ ਕਲਯੁਗ ਘੇਰੇ ਘੇਰੇ ਕਿੰਨਾ ਹੀ ਕਿਉਂ ਨਾ ਹੋਵੇ, ਉਹ ਸਿੱਖ ਕਲਯੁਗ ਦੇ ਵਿੱਚ ਉਹਦਾ ਲੇਪ ਨਹੀਂ ਹੋਏਗਾ। ਇੱਕ ਹੋਰ ਜਾਣਕਾਰੀ ਤੁਹਾਡੇ ਕੋਲ ਲੈਣੀ ਸੀ, ਜਿਵੇਂ ਤੁਸੀਂ ਉਹਨਾਂ ਦੇ ਬੇਟੇ ਗਿਆਨੀ ਪੂਰਨ ਸਿੰਘ ਦੀ ਗੱਲ ਕੀਤੀ ਹੈ। ਹਾਂਜੀ, ਜਿਹੜੇ ਸਰਦਾਰ ਪੂਰਨ ਸਿੰਘ ਨੇ ਉਹਨਾਂ ਨੇ ਘਰ ਨੂੰ ਛੱਡੇ ਨੂੰ ਕਿੰਨੀ ਦੇਰ ਹੋ ਗਈ ਸੀ? ਉਸ ਘਰ ਛੱਡੇ ਨੂੰ ਉਸ ਘਰ ਛੱਡੇ ਨੂੰ ਤੇ ਮੇਰੇ ਖਿਆਲ ਕੋਈ 15-20 ਸਾਲ ਹੋ ਸਰੀ ਪਹਿਲਾਂ ਗਿਆ ਨੂੰ। ਅੱਛਾ 20 ਸਾਲ ਜੀ, ਜ਼ਿਆਦਾ ਹੀ 14 ਸਾਲ time ਤੁਹਾਨੂੰ ਹੋ ਗਏ, ਜ਼ਿਆਦਾ ਹੀ ਇਹਦਾ ਟਾਈਮ ਮਤਲਬ ਹੋ ਗਿਆ ਸੀ ਜੀ। ਆਹ ਘਰ ਬਹੁਤ ਪੁਰਾਣਾ ਜੀ ਉਹਨਾਂ ਦਾ, ਅੱਜ ਦਾ ਘਰ ਨਹੀਂ, ਇਹ ਬਹੁਤ ਪੁਰਾਣਾ ਘਰ ਹੈ। ਹਾਂਜੀ, ਤੇ ਉਹਨਾਂ ਗਿਆਨੀ ਮਾਨ ਸਿੰਘ ਝੌਰ ਦੇ ਘਰ ਦੇ ਵਿੱਚ ਹੋਰ ਕੀ ਕੀ ਮਿਲਿਆ ਤੁਹਾਨੂੰ? ਗਿਆਨੀ ਮਾਨ ਸਿੰਘ ਝੌਰ ਜੀ ਦੇ ਘਰ ਵਿੱਚ ਇੱਕ ਜੈਪੁਰ ਦੀ ਸੰਗਤ ਵੱਲੋਂ ਉਹਨਾਂ ਨੂੰ ਸਨਮਾਨ ਦਿੱਤਾ ਹੋਇਆ, ਜਿਹਦਾ ਕੱਪੜਾ ਤੇ ਐ ਰਾਜਾ ਮਹਾਰਾਜਾ ਨੇ ਉਹ ਇਸ ਤਰ੍ਹਾਂ ਖੋਲਦੇ ਹੁੰਦੇ ਚਿੱਠੀਆਂ, ਰਾਜੇ ਦਰਬਾਰ 'ਚ ਐ ਕੱਪੜਾ ਜਿਹਾ ਖੋਲ ਕੇ ਚਿੱਠੀ ਪੜ੍ਹਦੇ ਹੁੰਦੇ। ਜੈਪੁਰ ਦੀ ਰਾਜਾ ਪਾਰਕ ਦੀ ਸੰਗਤ ਵੱਲੋਂ ਗਿਆਨੀ ਜੀ ਨੂੰ ਸਨਮਾਨ ਕੀਤਾ ਗਿਆ ਤੇ ਉਹ ਲਪੇਟਿਆ ਹੋਇਆ ਮਿਲਿਆ ਜੀ। ਉਹ ਮਿਲਿਆ। ਕੁਝ ਇਸ਼ਤਿਹਾਰ ਪੁਰਾਣੇ ਉਹਨਾਂ ਦੇ ਸਮੇਂ ਦੇ ਮਿਲੇ, ਕੁਝ ਚਿੱਠੀਆਂ ਉਹ ਮੈਨੂੰ ਮਿਲੀਆਂ ਜਿਹੜੀਆਂ ਸੁੱਖ ਸੁਨੰਦੀਆਂ ਜਿਹਨੂੰ ਆਪਾਂ ਕਹਿ ਦਿੰਦੇ। ਤਾਂ ਇਸ ਤਰ੍ਹਾਂ ਦਾ ਸਮਾਨ ਮੈਨੂੰ ਉਹਨਾਂ ਦੇ ਘਰਾਂ 'ਚ ਮਿਲਿਆ ਜੀ। ਸੋ ਦਿਲ ਦੀਆਂ ਗਹਿਰਾਈਆਂ ਤੋਂ ਗਿਆਨੀ ਜੀ ਤੁਹਾਡੇ ਧੰਨਵਾਦੀ ਹਾਂ। ਤੁਸੀਂ ਸਾਡੇ ਨਾਲ ਗਿਆਨੀ ਮਾਨ ਸਿੰਘ ਝੌਰ ਬਾਰੇ ਗੱਲਬਾਤ ਕੀਤੀ ਹੈ, ਤੇ ਇਹ ਗੱਲਬਾਤ ਆਪਾਂ ਰੋਕਾਂਗੇ ਨਹੀਂ, ਇਹ ਗੱਲਬਾਤ ਆਪਾਂ ਜਾਰੀ ਰੱਖਾਂਗੇ। ਸੋ ਦਰਸ਼ਕੋ, ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਅਗਲੇ ਐਪੀਸੋਡ ਦੇ ਵਿੱਚ ਵੀ ਭਾਈ ਗੁਰਦੇਵ ਸਿੰਘ ਕੁਹਾੜਕਾ ਮੇਰੇ ਨਾਲ ਹੋਣਗੇ, ਗੱਲਬਾਤ ਕਰਾਂਗੇ ਗਿਆਨੀ ਮਾਨ ਸਿੰਘ ਝੌਰ ਬਾਰੇ, ਹੋਰ ਉਹਨਾਂ ਦੀ ਮੌਤ ਨੂੰ ਲੈ ਕੇ ਜਾਂ ਉਹਨਾਂ ਦੇ ਅਲੋਪ ਹੋਣ ਨੂੰ ਲੈ ਕੇ, ਕਿਉਂਕਿ ਅੱਜ ਤੱਕ ਇਸ ਗੱਲ ਦਾ ਕੋਈ ਪਤਾ ਲੱਗ ਹੀ ਨਹੀਂ ਸਕਿਆ ਵੀ ਗਿਆਨੀ ਮਾਨ ਸਿੰਘ ਝੌਰ ਕਿੱਥੇ ਗਏ ਨੇ। ਪਰ ਉਹਨਾਂ ਦੀਆਂ ਕੈਸੇਟਸ ਦੇ ਵਿੱਚ ਜੋ ਅਨਮਤੀਆਂ ਬਾਰੇ ਬੋਲੇ ਹੋਏ ਬੋਲ ਨੇ, ਉੱਥੋਂ ਕੁਝ ਅੰਦਾਜ਼ੇ ਲੱਗ ਜਾਂਦੇ ਨੇ। ਸੋ ਬੜੀ ਜਲਦੀ ਤੁਹਾਡੇ ਰੂਬਰੂ ਹੋਵਾਂਗਾ ਤੇ ਇਸ ਪ੍ਰੋਗਰਾਮ ਨੂੰ ਅੱਗੇ ਲੈ ਕੇ ਚੱਲਾਂਗੇ ਤਾਂ ਕਿ ਸਾਨੂੰ ਪਤਾ ਲੱਗ ਸਕੇ ਵੀ ਕੌਮ ਨੇ ਆਪਣੇ ਅਣਖੀ ਹੀਰੇ ਬੜੇ ਪਿਆਰੇ ਕਿਵੇਂ ਰੋਲੇ ਹੈ। ਬੜੀ ਜਲਦੀ ਤੁਹਾਡੀ ਸੇਵਾ ਦੇ ਵਿੱਚ ਆ ਰਿਹਾ ਮੈਂ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।